ਕੇ ਆਈ ਆ ਪੰਜਾਬ ਦੀ ਬਹੁਤ ਹੀ ਵੱਡੀ ਰੀਅਲ ਅਸਟੇਟ ਕੰਪਨੀ DH ਰੀਅਲ ਅਸਟੇਟ। ਬਹੁਤ ਹੀ ਨਾਮਵਰ ਕੰਪਨੀ ਤੁਹਾਨੂੰ ਮੌਕਾ ਪ੍ਰਦਾਨ ਕਰਦੀ ਹੈ ਕਿ ਬਿਨਾਂ ਪੰਜਾਬ ਗਏ ਤੁਸੀਂ ਹੁਣ ਆਪਣੀ ਜ਼ਮੀਨ ਵੇਚ ਸਕੋਗੇ ਜਾਂ ਫਿਰ ਆਪਣੀ ਪਸੰਦੀ ਦੀ ਜ਼ਮੀਨ ਖਰੀਦ ਸਕੋਗੇ। ਕਿਸੇ ਵੀ ਤਰ੍ਹਾਂ ਦੀ ਕੋਠੀ, ਫਲੈਟ, ਪਲਾਟ ਜਾਂ ਫਿਰ ਕਮਰਸ਼ੀਅਲ ਜਾਂ ਐਗਰੀਕਲਚਰ ਲੈਂਡ ਲੈਣੀ ਹੋਵੇ ਤਾਂ DH ਰੀਅਲ ਅਸਟੇਟ ਨਾਲ ਸੰਪਰਕ ਕਰੋ। ਤੁਹਾਨੂੰ ਪੰਜਾਬ ਜਾਣ ਦੀ ਲੋੜ ਨਹੀਂ, ਸੌਦਾ ਬੈਠੇ ਬਿਠਾਏ ਇੱਥੇ ਹੀ ਕਰਾ ਕੇ ਤੇ ਇੱਥੇ ਹੀ ਪੈਸੇ ਪਹੁੰਚਦੇ ਕਰ ਦਿੰਦੇ ਨੇ। ਨੰਬਰ ਹੈ DH ਰੀਅਲ ਅਸਟੇਟ ਦਾ 9875 0758 +91 ਇੰਡੀਆ ਦਾ ਕੋਡ ਲਾਉਣਾ। WhatsApp ਤੇ ਜਾਂ ਫਿਰ ਡਾਇਰੈਕਟ ਕਾਲ ਕਰ ਲੈਣੀ ਹੈ 9875 0758 DH ਰੀਅਲ ਅਸਟੇਟ। ਇਹਨਾਂ ਦਾ ਸਲੋਗਨ ਹੈ ਪੰਜਾਬ ਵਿੱਚ ਬੇਫਿਕਰੇ ਹੋ ਕੇ ਹੁਣ ਖਰੀਦੋ ਜ਼ਮੀਨ, ਪਲਾਟ, ਕੋਠੀ ਜਾਂ ਫਿਰ ਫਲੈਟ। ਭੈਣ ਜੀ ਵਿਆਹ ਲਈ ਕੱਪੜਿਆਂ ਦੀ ਤੇ ਸ਼ਾਪਿੰਗ ਹੋ ਗਈ ਲਾਜਵਾਬ, ਪਰ ਜੁਐਲਰੀ ਕਿੱਥੋਂ ਲੈਣੀ ਹੈ? ਫਿਕਰ ਨਾ ਕਰੋ, ਜਿੱਥੇ ਲੋਕ ਸੂਟ ਦੇਖਦੇ ਰਹਿ ਜਾਣਗੇ ਉੱਥੇ ਗਹਿਣੇ ਦੇ ਡਿਜ਼ਾਈਨ ਦੀ ਵੀ ਤਾਰੀਫ ਕੀਤੇ ਬਿਨਾਂ ਰਹਿਣਗੇ ਨਹੀਂ, ਕਿਉਂਕਿ AC ਜੁਐਲਰਸ ਕੈਂਟ ਵਾਲਿਆਂ ਦੇ ਕੋਲ ਹੈ 22 ਕੈਰਟ ਦੇ ਸੋਨੇ ਦੇ ਗਹਿਣੇ, ਔਰਤਾਂ, ਮਰਦਾਂ, ਬੱਚਿਆਂ ਦੇ ਵੰਨ-ਸਵੰਨੇ ਗਹਿਣਿਆਂ ਦੀ ਬੇਸ਼ੁਮਾਰ ਤੇ ਲੇਟੈਸਟ ਵੈਰਾਈਟੀ। ਇਹਨਾਂ ਦੇ ਸ਼ੋਰੂਮ 'ਚ ਸੋਨੇ, ਚਾਂਦੀ, ਹੀਰਿਆਂ ਦੇ ਗਹਿਣੇ ਭਰੇ ਰਹਿੰਦੇ ਨੇ, ਜਿੱਥੇ ਹੈ ਕੁੰਦਨ ਸੈੱਟ, ਜੜਾਊ ਸੈੱਟ, ਪੋਲਕੀ ਸੈੱਟ, ਹੀਰੇ ਜੜੇ ਸੈੱਟ, ਲਾਈਟ ਵੇਟ ਨੈਕਲੈਸ, ਚੇਨ, ਕੜੇ, ਚੂੜੀਆਂ, ਨਗਾਂ ਵਾਲੀਆਂ ਸੋਹਣੀਆਂ ਮੁੰਦਰੀਆਂ, ਝੁਮਕੇ ਵਾਲੀਆਂ ਤੇ ਹੋਰ ਬਥੇਰਾ ਕੁਝ। AC ਜੁਐਲਰ ਸ਼ਟਲ ਵਿੱਚ ਹਰ ਹਫਤੇ ਨਵੀਂ ਸ਼ਿਪਮੈਂਟ ਆਉਂਦੀ ਹੈ। ਤੁਹਾਡੇ ਪਸੰਦ ਦੇ, ਤੁਹਾਡੇ ਸਾਈਜ਼ ਮੁਤਾਬਕ ਗਹਿਣੇ 2 ਹਫ਼ਤਿਆਂ ਵਿੱਚ ਤਿਆਰ ਕਰਵਾ ਕੇ ਦਿੰਦੇ ਹਨ ਤੇ ਰਿਪੇਅਰ ਵੀ ਕਰਦੇ ਹਨ। 24 ਕੈਰਟ ਸੋਨੇ ਦੇ ਬਿਸਕੁਟ ਖਰੀਦ ਅਤੇ ਵੇਚ ਸਕਦੇ ਹੋ। 100% ਪਿਓਰ ਗਰੰਟੀ ਵਾਲੇ ਗਹਿਣੇ ਲੈਣ ਲਈ ਪਹੁੰਚੋ 25416 100 ਫੋਰਟ ਐਵੀਨਿਊ, ਸਾਊਥ ਈਸਟ, ਕੈਂਟ। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 360 652 6066। ਇਹ 2 ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਣੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, the one stop shop। 5196220660 ਜਾਂ quicktrucklube.com। QTL, because we care। ਸਟੇਟ ਲਾਈਨ ਟਰੱਕ ਐਂਡ ਟ੍ਰੇਲਰ ਵਰਜੀਨੀਆ ਸਟੇਟ ਲਾਈਨ ਤੇ ਲੈ ਕੇ ਆਏ ਨੇ ਟਰੱਕ ਐਂਡ ਟ੍ਰੇਲਰ ਰਿਪੇਅਰ ਸ਼ਾਪ, ਇੰਟਰਸਟੇਟ 81 ਦੇ ਐਗਜ਼ਿਟ 323 ਆਪੋਜ਼ਿਟ ਫਲਾਈਂਗ ਜੇ ਟਰੱਕ ਸ਼ਾਪ, ਜਿੱਥੇ ਟਰੱਕਾਂ ਦੀ ਹਰ ਤਰ੍ਹਾਂ ਦੀ ਤਸੱਲੀ ਬਖਸ਼ ਮੁਰੰਮਤ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਪਾਰਕਿੰਗ ਤੇ ਆਫਿਸ ਸਪੇਸ ਵੀ ਹੈ ਉਪਲਬਧ। ਪੂਰੀ ਰਾਤ, ਹਫ਼ਤਾਵਾਰ ਜਾਂ ਮਹੀਨਾਵਾਰ ਪਾਰਕਿੰਗ ਅਤੇ ਟਰੱਕ ਰਿਪੇਅਰ ਲਈ ਜ਼ਰੂਰ ਆਓ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 6812600050। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਮੁੜ ਤੋਂ ਸਵਾਗਤ ਹੈ। ਸ਼ਵਿੰਦਰ ਜੀ, ਤਾਜ਼ਾ ਤਰੀਨ ਖਬਰ ਆ ਰਹੀ ਹੈ ਜੀ। ਗੁਰਦਾਸਪੁਰ ਤੋਂ ਵਿਧਾਇਕ ਨੇ ਬਰਿੰਦਰਮੀਤ ਸਿੰਘ ਪਹਾੜਾ ਜੀ, ਉਹਨਾਂ ਦੇ ਸ਼ਾਪਿੰਗ ਕੰਪਲੈਕਸ ਹੈ ਜੀ ਅੰਮ੍ਰਿਤਸਰ, ਉੱਥੇ ਵਿਜੀਲੈਂਸ ਨੇ ਫੀਤੇ ਮਾਰਨੇ ਸ਼ੁਰੂ ਕਰ ਦਿੱਤੇ ਨੇ। ਕਾਗਜ਼ ਪੱਤਰ ਚੱਕ ਰਹੇ ਹੈ, ਕਹਿੰਦੇ ਆਮਦਨ ਤੋਂ ਜ਼ਿਆਦਾ ਸੰਪਤੀ ਨੂੰ ਬਣਾਉਣ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਮਤਲਬ ਈਡੀ ਵਾਲਾ ਕੰਮ ਆ ਗਿਆ ਜੀ, ਈਡੀ ਵਾਲਾ ਕੰਮ ਵਿਜੀਲੈਂਸ ਕਰਨ ਲੱਗ ਗਿਆ, ਈਡੀ ਵਾਲਾ ਕੰਮ ਸ਼ੁਰੂ ਹੋ ਗਿਆ ਹੈਗਾ। ਹਾਂਜੀ, ਤੇ ਖੈਰ ਆਨੇ ਕੱਲ ਤੱਕ ਪਤਾ ਲੱਗੇਗਾ ਵੀ ਇਹਦੇ ਵਿੱਚ ਕੀ ਹੋਇਆ ਕੀ ਨਹੀਂ ਹੋਇਆ ਨਾ। ਜੀ, ਪਰ ਨਾਲ ਦੀ ਨਾਲ ਇੱਕ ਬੜੀ ਇੰਟਰਸਟਿੰਗ ਖਬਰ ਆ ਰਹੀ ਹੈ ਜੀ ਬੰਗਲੌਰ ਤੋਂ ਜੀ। ਇੱਕ 19 ਸਾਲਾਂ ਦੀ ਕੁੜੀ ਨੂੰ ਮੁਲਾਇਮ ਸਿੰਘ ਯਾਦਵ ਨਾਲ ਪਿਆਰ ਹੋ ਗਿਆ। ਮੁਲਾਇਮ ਸਿੰਘ ਯਾਦਵ ਉੱਤਰ ਪ੍ਰਦੇਸ਼ ਦੇ ਨੇ, ਪਰ ਹੈ ਸਿਕਿਉਰਿਟੀ ਗਾਰਡ। ਅੱਛਾ, ਮੈਂ ਵੀ ਮੁਲਾਇਮ ਸਿੰਘ ਯਾਦਵ ਤੇ ਇਸ ਦੁਨੀਆ 'ਚ ਰਿਹਾ ਮੈਂ ਇਸੇ ਕਰਕੇ ਹੁਣ ਇਹ ਮੁਲਾਇਮ ਸਿੰਘ ਯਾਦਵ ਸੀ ਜੀ, ਇਹ ਸਿਕਿਉਰਿਟੀ ਗਾਰਡ ਲੱਗਾ ਸੀ। ਡੇਟਿੰਗ ਐਪ ਦੇ ਰਾਹੀਂ ਇਹਨਾਂ ਦੀ ਲਿਹਾਜ਼ ਪੈ ਗਈ ਤੇ ਬੰਦੇ ਨੇ ਜੀ ਇਹ ਇਕਾਰਾ ਨਾਂ ਦੀ ਕੁੜੀ ਨੂੰ ਨੇਪਾਲ ਸੱਦ ਲਿਆ। ਉਹ ਅੱਛਾ ਜੀ। ਨੇਪਾਲ ਤੋਂ ਇਹ ਬੰਦਾ ਉਹਨੂੰ ਜੀ ਆਪਦੇ ਘਰ ਪਟਨਾ ਵੀਰਗੰਜ ਜਿਹੜਾ ਹੈਗਾ ਪਟਨਾ ਦੇ ਵਿੱਚ, ਉੱਥੇ ਲੈ ਆਇਆ, ਫਿਰ ਪਟਨਾ ਲੈ ਆਇਆ, ਫਿਰ ਉੱਥੋਂ ਇਹ ਬੰਗਲੌਰ ਆ ਗਏ। ਉੱਥੇ ਆ ਕੇ ਮਾਂ ਦੇ ਪੁੱਤ ਨੇ ਉਹਦਾ ਆਧਾਰ ਕਾਰਡ ਵੀ ਬਣਾ ਲਿਆ, ਰਹਿੰਦੇ ਰਹੇ। ਪਾਸਪੋਰਟ ਬਣਾਉਣ ਦੀ ਤਿਆਰੀ ਚੱਲ ਰਹੀ ਸੀ, ਪਰ ਗੱਲ ਫੜੇ ਫੇਰ ਵੀ ਨਹੀਂ ਜਾਂਦੇ। ਮੈਨੂੰ ਲੱਗਦਾ ਸ਼ਾਇਦ ਪਾਸਪੋਰਟ ਬਣ ਜਾਂਦਾ,
ਪਰ ਗੱਲ ਕੀ ਹੋਇਆ, ਕੁੜੀ ਆਪਦੇ ਮਾਪਿਓ 19 ਸਾਲਾਂ ਦੀ ਬੱਚੀ ਸੀਗੀ, ਜੀ ਨਹੀਂ ਲੱਗਿਆ ਹੋਣਾ, ਮਾਪਿਓ ਨੂੰ ਕੰਟੈਕਟ ਕਰਨਾ ਸ਼ੁਰੂ ਕੀਤਾ ਕਿਤੇ PCO ਜਾਂ ਕਿਤੇ ਮੋਬਾਈਲ ਫੋਨ ਤੋਂ, ਤੇ ਜਦੋਂ ਕਾਲਾਂ ਪਾਕਿਸਤਾਨ ਵਾਰੀ ਜਾਣ ਲੱਗੀਆਂ ਤਾਂ ਫਿਰ ਸੈਂਟਰਲ ਏਜੰਸੀਆਂ ਅਲਰਟ ਹੋ ਗਈਆਂ ਜੀ, ਕੁੜੀ ਫੜ ਲਈ ਹੈ। ਤੇ ਕੁੜੀ ਫੜ ਕੇ ਜਿਹੜੀ ਹੈ ਜੀ ਉਹ ਆਪਣਾ ਇੱਕ ਵਾਰੀ FRRO ਅਫੀਸ਼ੀਅਲਸ ਨੂੰ ਦੇਤੀ ਹੈ, ਫੋਰਨਰ ਰਿਲੇਟਡ ਕੋਈ ਏਜੰਸੀ ਹੋਣੀ ਨਵੀਂ ਇਹ, ਤੇ ਨਾਂ ਵੀ ਇਹਦਾ ਬਦਲ ਲਿਆ, ਰੀਵਾ ਯਾਦਵ ਕਰਤਾ ਸੀਗਾ। ਪਰ ਵੈਰੀਫਾਈ ਜਿਹੜਾ ਹੁਣ ਵੈਰੀਫਾਈ ਕਰ ਰਹੀ ਹੈ ਪੁਲਿਸ ਵੀ ਕੀ ਇਹ ਉਸ ਸਪਾਈ ਰਿੰਗ ਦਾ ਤਾਂ ਨਹੀਂ ਕੋਈ ਇਹੋ ਜੀ ਗੱਲ। ਪਰ ਦੇਖਣ ਵਾਲੀ ਗੱਲ ਹੈ ਵੀ ਹੁਣ ਨੇਪਾਲ ਨਾਲ ਇੱਕ ਨਵੀਂ ਚੀਜ਼ ਸਾਹਮਣੇ ਆਈ ਹੈ, ਜੇ ਕੁੜੀ ਆ ਰਹੀ ਹੈ ਇੱਕ ਨਾਬਾਲਗ ਬੱਚੀ ਪਿਆਰ ਮੁਹੱਬਤ 'ਚ ਉੱਧਰ ਆ ਗਈ ਤਾਂ ਫਿਰ ਇਹਦਾ ਮਤਲਬ ਦੂਜੇ ਵੀ ਆਉਂਦੇ ਹੋਣਗੇ। ਹਾਂ ਬਿਲਕੁਲ, ਉਹ ਤਾਂ ਹੈ ਹੀ ਹੈ। ਮਤਲਬ ਇਹ ਸਗੋਂ ਇੱਕ ਇਹ ਖਬਰ ਨੇ ਨਾ ਕਾਫੀ ਚੀਜ਼ਾਂ ਹੋਰ ਵੀ ਤੁਹਾਡੀਆਂ ਸਾਡੇ ਸਿਸਟਮ ਦੀਆਂ ਨੰਗੀਆਂ ਕੀਤੀਆਂ, ਜਿਵੇਂ ਆਧਾਰ ਕਾਰਡ ਬਣਾ ਲਿਆ, ਆਧਾਰ ਕਾਰਡ, ਪਾਸਪੋਰਟ, ਹਾਂ ਉਹ ਪਾਸਪੋਰਟ ਵਾਲਾ ਕੰਮ ਸ਼ੁਰੂ ਕਰ ਗਿਆ ਸੀ। ਤੇ ਇਹ ਸਾਰੇ ਉਹ ਹੈਗੇ ਨੇ ਜਿਹੜੇ ਹੈਗੇ, ਇੱਥੋਂ ਪਤਾ ਲੱਗਦਾ ਵੀ ਤੁਹਾਡੇ ਸਿਸਟਮ ਦੇ ਵਿੱਚ ਜਿਹੜੀਆਂ ਖਾਮੀਆਂ ਹੈਗੀਆਂ ਨੇ ਉਹ ਕਿਵੇਂ ਨੇ। ਇੱਥੋਂ ਕੋਈ ਵੀ ਜਿਹੜਾ ਆਪਣੇ ਅਪਰਾਧਿਕ ਗਤੀਵਿਧੀ ਨੂੰ ਕਰ ਸਕਦਾ। ਇਹਦਾ ਮਤਲਬ ਇਹ ਹੈਗਾ ਕਿ ਅਸੀਂ ਹੋਰ ਪਾਸੇ ਤਾਂ ਬਹੁਤ ਧਿਆਨ ਦਿੰਦੇ ਹਾਂ ਵੀ ਅਸੀਂ ਐਂ ਕਰਤਾ, ਲੇਕਿਨ ਜਿਹੜੀਆਂ ਮੇਨ ਚੀਜ਼ਾਂ ਹੈਗੀਆਂ, ਕਿਉਂਕਿ ਆਧਾਰ ਕਾਰਡ ਬਾਰੇ ਤਾਂ ਤੁਹਾਨੂੰ ਯਾਦ ਹੋਣਾ ਕਿ ਜਦੋਂ ਹਰੀਸ਼ ਖਰੇ ਦਾ ਟ੍ਰਿਬਿਊਨ ਦੇ ਐਡੀਟਰ ਇਨ ਚੀਫ ਹੁੰਦੇ ਸੀਗੇ, ਉਦੋਂ ਇਹਨਾਂ ਨੇ ਇੱਕ ਸਟੋਰੀ ਬ੍ਰੇਕ ਕੀਤੀ ਸੀ ਆਧਾਰ ਕਾਰਡ ਵਾਲੀ ਰਚਨਾ ਖਹਿਰਾ ਦੇ ਥਰੂ, ਤੇ ਉਹ ਕਾਫੀ ਵੱਡੀ ਸੀ ਵੀ ਕਿਵੇਂ ਆਧਾਰ ਕਾਰਡ ਦੇ ਵਿੱਚ ਤਾਂ ਬਹੁਤ ਵੱਡਾ ਝੋਲਾ ਹੋ ਰਿਹਾ ਹੈਗਾ ਵੀ ਕਿਵੇਂ ਬਣਾਏ ਜਾਂਦੇ ਨੇ, ਕਿੱਦਾਂ ਹੈਗਾ। ਤੇ ਈਵਨ ਇੱਥੋਂ ਤੱਕ ਕਿ ਉਹ ਆਧਾਰ ਕਾਰਡ ਦੇ ਵਿੱਚ ਜਿਹੜੀ ਤੁਹਾਡੀ ਨਿੱਜਤਾ ਹੈਗੀ ਆ ਉਹ ਕਿਵੇਂ ਤਾਰ ਹੁੰਦੀ ਹੈਗੀ ਹੈ। ਸੋ ਇਹ ਤਾਂ ਹੈਗੇ ਨੇ ਨਲਾਇਕੀਆਂ, ਪਰ ਚੰਗੀਆਂ ਸਰਕਾਰਾਂ ਹੁੰਦੀਆਂ ਵੀ ਨਲਾਇਕੀ ਸਾਬਤ ਹੋਣ ਤੋਂ ਬਾਅਦ ਆਪਣਾ ਕੰਮ ਸਹੀ ਕਰਦੇ। ਹੋਇਆ ਕੀ ਸੀ ਕਿ ਉਸ ਆਧਾਰ ਕਾਰਡ ਵਾਲੀ ਸਟੋਰੀ ਨੂੰ ਛਪਾਉਣ ਲੱਗ ਗਈ ਸਰਕਾਰ। ਮਤਲਬ ਛਪਾਉਣ ਕੀ ਲੱਗੀ ਕਿ ਉਹਨਾਂ ਨੇ ਉਦੋਂ ਹਰੀਸ਼ ਖਰੇ ਦੇ ਉੱਤੇ ਕਹਿ ਦਿੱਤਾ ਵੀ ਇਹਨੂੰ ਘੇਰਿਆ ਜਾਊਗਾ, ਰਚਨਾ ਖਹਿਰਾ ਉੱਤੇ ਵੀ ਸ਼ਾਇਦ ਇੱਕ ਛੋਟਾ ਜਿਹਾ ਕੇਸ ਕਰ ਦਿੱਤਾ ਸੀ ਜੇ ਮੈਂ ਗਲਤ ਨਾ ਹੋਵਾਂ ਤਾਂ। ਸੋ ਇਸ ਕਰਕੇ ਜੇ ਤੁਸੀਂ ਕੇਸ ਹੀ ਕਰਨੇ ਨੇ ਪੱਤਰਕਾਰਾਂ ਦੇ ਉੱਤੇ ਜਿਹੜੀ ਤੁਹਾਨੂੰ ਸਟੋਰੀ ਕੱਢ ਕੇ ਲਿਆਉਂਦੇ ਨੇ, ਤੇ ਬਜਾਏ ਇਹਦੀ ਕਿ ਆਪਣੀ ਗਲਤੀ ਨੂੰ ਮੰਨੋ, ਉਹ ਦੇਖੋ ਵੀ ਇੱਕ ਗੜਬੜ ਕਿੱਥੇ ਹੋਈ ਹੈਗੀ ਹੈ। ਸੋ ਇਹ ਸਾਡੇ ਜਿਹੜੇ ਸਿਸਟਮ ਦੀਆਂ ਨਲਾਇਕੀਆਂ ਨੇ। ਦੇਖੋ ਤੁਹਾਨੂੰ ਯਾਦ ਹੋਊਗਾ ਵੀ ਤੇ ਇੱਕ ਜੋੜਾ ਸੀਗਾ, ਉਹ ਫਰੀਦਕੋਟ ਦੇ ਕੋਲੇ ਰਹਿਣ ਲੱਗ ਪਿਆ ਇੱਕ ਪਿੰਡ 'ਚ ਜੀ। ਉਹਨਾਂ ਨੇ ਉੱਥੇ ਪਾਸਪੋਰਟ ਬਣਾ ਲਿਆ, ਸਾਰੇ ਟੱਬਰ ਨੇ ਜੀ, 4 ਜਣੇ ਨੇ। ਫਿਰ ਉਹ ਜਾਂਦੇ ਨੇ ਇਹਦੇ 'ਚ ਯਾਤਰਾ ਦੇ ਵਾਲੇ ਆਪਣੇ ਜਥੇ 'ਚ, ਹਾਂਜੀ, ਤੇ ਉੱਥੋਂ ਗਾਇਬ ਹੋ ਜਾਂਦੇ ਨੇ, ਵਾਪਸ ਹੀ ਨਹੀਂ ਆਉਂਦੇ। ਪਤਾ ਚੱਲਿਆ ਪਾਕਿਸਤਾਨੀ ਸੀ। ਬਿਲਕੁਲ ਇਹ ਆਈ ਸੀ ਖਬਰ ਪਹਿਲਾਂ। ਫਿਰ ਇਹਦਾ ਮਤਲਬ ਤਾਂ ਬਹੁਤ ਵੱਡਾ ਕਲੈਪਸ ਹੈਗਾ, ਬਹੁਤ ਵੱਡਾ ਹੈਗਾ। ਇਹ ਤੁਹਾਡੇ ਨਾਲੇ ਨਾ ਇਹ ਹੈਗੇ ਨੇ ਤੁਹਾਡੇ ਅੰਦਰੂਨੀ ਉਹ ਹੈਗਾ, ਅੰਦਰੂਨੀ ਤੌਰ ਤੇ ਗੜਬੜਾਂ ਹੈਗੀਆਂ ਤੁਹਾਡੇ ਸਿਸਟਮ ਦੀਆਂ, ਜਿਹੜੀਆਂ ਕਿ ਬਹੁਤ ਛੇਤੀ ਠੀਕ ਕੀਤੀਆਂ ਜਾ ਸਕਦੀਆਂ ਜੇਕਰ ਬੜੀਆਂ ਔਖੀਆਂ ਨਹੀਂ ਹੈਗੀਆਂ, ਬੜੀਆਂ ਔਖੀਆਂ ਨਹੀਂ ਹੈਗੀਆਂ। ਇੱਥੇ ਹੀ ਗੜਬੜਾਂ ਨੇ। ਇਹਦਾ ਕਾਰਨ ਕੀ ਹੈ? ਇਹਦਾ ਕਾਰਨ ਹੈ ਕਿ ਜੇ ਸਰਕਾਰਾਂ ਗੜਬੜਾਂ ਠੀਕ ਨਹੀਂ ਕਰ ਰਹੀਆਂ ਨਾ, ਇਹਦਾ ਮਤਲਬ ਕਿ ਸਰਕਾਰਾਂ ਵੀ ਇਸ ਜਿਹੜੀਆਂ ਇਹ ਲੂਪਹੋਲ ਹੈਗੇ ਨੇ, ਜਾਂ ਜਿਹੜੀਆਂ ਇਹ ਬਿਰਲਾਂ ਹੈਗੀਆਂ ਨੇ ਜਿਹੜੀਆਂ ਪੰਜਾਬੀ ਚ ਮੈਂ ਕਹਾਂ, ਉਹ ਬਿਰਲਾਂ ਚੋਂ ਸਰਕਾਰ ਵੀ ਆਪਣੇ ਕੋਈ ਫਾਇਦੇ ਲੈਂਦੀਆਂ ਹੈਗੀਆਂ ਨੇ, ਜਾਂ ਸਰਕਾਰੀ ਏਜੰਸੀਜ਼ ਫਾਇਦੇ ਲੈਂਦੀਆਂ ਹੈਗੀਆਂ ਨੇ ਵਿੱਚੋਂ। ਉਹਨਾਂ ਦੇ ਆਪਣੇ ਵੀ ਹਿੱਤ ਹੋ ਸਕਦੇ ਨੇ, ਕਿਉਂਕਿ ਕਹਾਣੀ ਤਾਂ ਫਿਰ ਇਹੀ ਅਸੀਂ ਸਿੱਟਾ ਕੱਢ ਸਕਦੇ ਹਾਂ। ਜੀ। ਸੋ ਪ੍ਰੋਗਰਾਮ ਸ਼ਮਤਾ ਦੇ ਵਿੱਚ ਤੁਹਾਡੀਆਂ ਕਾਲਸ ਮੈਨੂੰ ਲੱਗਦਾ ਅੱਜ ਆਪਣੇ ਲਿਸਨਰਸ ਉਸ ਮੁੱਛੇ ਦੇ ਉੱਤੇ ਬੋਲਣਾ ਨਹੀਂ ਚਾਹੁੰਦੇਗੇ। ਚਲੋ ਗੱਲਬਾਤ ਆਪਾਂ ਅੱਗੇ ਤੋਰਦੇ ਹਾਂ, ਤੇ ਹੁਣ ਗੱਲ ਕਰਦੇ ਜੀ ਆਪਾਂ ਰਾਮ ਚਰਿਤਰ ਮਾਨਸ। ਹਾਂਜੀ, ਰਾਮ ਇਹਨੂੰ ਲੈ ਕੇ ਕਿਉਂ ਵਿਵਾਦ ਖੜਾ ਹੋਇਆ ਜੀ? ਅਸਲ 'ਚ ਨਾ ਹੋਇਆ ਤਾਂ ਇਹ ਹੈਗਾ ਵੀ ਦੇਖੋ, ਸਾਡੇ ਨਾ ਮੁਲਕ ਦੇ ਵਿੱਚ ਇੱਕੋ ਸਮੇਂ ਕਈ ਤਰ੍ਹਾਂ ਦੇ ਵਿਚਾਰ ਚੱਲਦੇ ਹੈਗੇ ਨੇ ਦਾਨੇਵਾਲੀਆ ਸਾਹਿਬ, ਤੇ ਹੁਣ ਸਹੀ ਜਿਹੜਾ ਡੈਮੋਕ੍ਰੈਟਿਕ ਮੁਲਕ ਹੁੰਦਾ ਨਾ, ਉਹ ਉਹਨਾਂ ਵਿਚਾਰਾਂ ਨੂੰ ਹਜ਼ਮ ਕਰਦਾ ਹੈ। ਮਤਲਬ ਜੇ ਕੋਈ ਕਹੇ ਵੀ ਸ਼ਿਵਿੰਦਰ ਸਿੰਘ ਤੂੰ ਇੱਥੇ ਗਲਤ ਆ, ਤਾਂ ਉਹ ਸ਼ਿਵਿੰਦਰ ਸਿੰਘ ਨੂੰ ਮੰਨਣਾ ਪਏਗਾ ਵੀ ਹਾਂ ਮੈਂ ਗਲਤ ਆ। ਜੇ ਮਤਲਬ ਕੋਈ ਕਹਿੰਦੇ ਮੈਂ ਤੇਰੀ ਗੱਲ ਨਾਲ ਇਤਫਾਕ ਨਹੀਂ ਰੱਖਦਾ, ਤੇ ਤੂੰ ਭਾਵੇਂ ਠੀਕ ਆ ਪਰ ਇਤਫਾਕ ਨਹੀਂ ਰੱਖਦਾ, ਤਾਂ ਵੀ ਮੰਨਣਾ ਪਏਗਾ ਵੀ ਹਾਂ ਠੀਕ ਆ, ਤੇਰਾ ਆਪਣਾ ਵਿਚਾਰ ਮੇਰਾ ਆਪਣਾ ਵਿਚਾਰ। ਕਿਉਂਕਿ ਸਾਡੇ ਜਿਹੜੇ ਜਿੰਨੇ ਧਰਮ ਨੇ ਨਾ, ਉਹਨਾਂ ਵਿੱਚ ਬਹੁਤ ਸਾਰੀਆਂ ਨਾ ਆਪਸੀ ਵਿਰੋਧਤਾਈਆਂ ਵੀ ਹੈਗੀਆਂ ਨੇ ਵਿਚਾਰਾਂ ਦੀਆਂ। ਜਿਵੇਂ ਕਿ ਕੋਈ ਧਰਮ ਮੂਰਤੀ ਨੂੰ ਮੰਨਦਾ, ਕੋਈ ਮੂਰਤੀ ਨਹੀਂ ਮੰਨਦਾ ਹੈਗਾ। ਇਸੇ ਤਰ੍ਹਾਂ ਬਹੁਤ ਸਾਰੀਆਂ ਵੱਖ-ਵੱਖ ਕਬੀਲਿਆਂ ਦੇ ਭੇਦਭਾਵ ਹੈਗੇ ਨੇ। ਹੁਣ ਇੱਕ ਕਹਾਣੀ ਸ਼ੁਰੂ ਹੋਈ ਸੀ, ਸਿੱਖਿਆ ਮੰਤਰੀ ਸੀਗੇ
ਬਿਹਾਰ ਦੇ, ਉਹਨਾਂ ਨੇ ਕਹਿ ਦਿੱਤਾ ਕਿ ਜਿਹੜੀ ਰਾਮਚਰਿਤਰ ਮਾਨਸ ਹੈ ਤੁਲਸੀਦਾਸ ਦੀ ਲਿਖੀ ਹੋਈ, ਇਹ ਬੇਕਾਰ ਰਚਨਾ, ਇਹਦੇ ਵਿੱਚ ਕੀ ਹੈ, ਇਹਦੇ ਵਿੱਚ ਆ ਰਚਨਾ, ਆ ਸ਼ਬਦ ਇਹਦੇ ਵਿੱਚ ਹੀ ਤਾਂ ਹੈਗੇ ਨੇ ਵੀ ਜਿਹੜਾ ਸ਼ੂਦਰ ਢੋਲ ਗਵਾਰ ਨਾਰੀ ਤਿੰਨੋਂ ਤਾੜਨ ਕੇ ਅਧਿਕਾਰੀ, ਇਹਦੇ ਵਿੱਚ ਤਾਂ ਹੈਗੇ ਨੇ ਇਹ, ਤੇ ਇਸ ਕਰਕੇ ਇਹ ਕੋਈ ਰਚਨਾ ਨੂੰ ਕੋਈ ਮੈਂ ਤਰਜੀਹ ਨਹੀਂ ਦਿੰਦਾ। ਉਦੋਂ ਬਾਅਦ ਵਿੱਚ ਬੀਜੇਪੀ ਦੇ IT ਸੈੱਲ ਸਾਰੇ ਉਹਦੇ ਮਗਰ ਪੈ ਗਏ ਵੀ ਤੂੰ ਮਾਫੀ ਮੰਗ, ਤੂੰ ਪਵਿੱਤਰ ਕਿਤਾਬ ਨੂੰ ਆਏ ਕਹਿੰਦਾ, ਫਲਾਨਾ ਕਹਿੰਦਾ, ਢਿੰਗੜਾ ਕਹਿੰਦਾ। ਉਦੋਂ ਬਾਅਦ ਵਿੱਚ ਹੀ ਉਹਨਾਂ ਦੇ ਬਿਆਨ ਤੋਂ ਬਾਅਦ ਹੀ ਇੱਕ ਸਪਾ ਦਾ ਲੀਡਰ ਹੈਗਾ ਯੂਪੀ ਦੇ ਵਿੱਚ, ਯੂਪੀ ਵਿੱਚੋਂ ਸਾਬਕਾ ਮੰਤਰੀ ਰਿਹਾ ਹੋਇਆ ਸਵਾਮੀ ਪ੍ਰਸਾਦ ਮੌਰੀਆ, ਪਹਿਲਾਂ ਬੀਜੇਪੀ ਚ ਵੀ ਸੀ, ਹੁਣ ਸਪਾ ਚ ਆ ਗਿਆ, ਇਹਨਾਂ ਨੇ ਵੀ ਬਿਆਨ ਦਿੱਤਾ, ਕਹਿੰਦੇ ਕਿ ਰਾਮਚਰਿਤਰ ਮਾਨਸ ਇੱਕ ਬਕਵਾਸ ਕਿਤਾਬ ਹੈ, ਤੇ ਪਾਬੰਦੀ ਲਾਈ ਜਾਣੀ ਚਾਹੀਦੀ ਹੈ। ਹੁਣ ਦੇਖਿਆ ਜਾਵੇ ਤਾਂ ਮਨੂ ਸਮ੍ਰਿਤੀ ਹੈ, ਮਨੂ ਸਮ੍ਰਿਤੀ ਤੇ ਵੀ ਤਾਂ ਅੰਬੇਡਕਰ ਸਾਹਿਬ ਕਹਿੰਦੇ ਨੇ ਵੀ ਇਹਨੂੰ, ਮੈਂ ਅੰਬੇਡਕਰ ਸਾਹਿਬ ਚਲਾਉਂਦੇ ਹੈਗੇ ਨੇ ਮਨੂ ਸਮ੍ਰਿਤੀ ਨੂੰ, ਬਹੁਤ ਸਾਰੇ ਮਨੂ ਸਮ੍ਰਿਤੀ ਨੂੰ ਪਵਿੱਤਰ ਮੰਨਦੇ ਨੇ, ਪਰ ਜਿੰਨੀ ਵਰਣ ਵਿਵਸਥਾ ਦੀ ਜੜ ਹੈ ਉਹ ਮਨੂ ਸਮ੍ਰਿਤੀ ਵਿੱਚ ਹੀ ਹੈ। ਇਸੇ ਤਰ੍ਹਾਂ ਹੁਣ ਤੁਲਸੀਦਾਸ ਦੀ ਜਿਹੜੀ ਰਮਾਇਣ ਹੈ, ਇਹ ਭਾਵੇਂ ਸਹੀ ਗੱਲ ਹੈ ਕਿ ਤੁਲਸੀਦਾਸ ਨੇ ਸ਼੍ਰੀ ਰਾਮਚੰਦਰ ਜੀ ਨੂੰ ਘਰ ਘਰ ਪਹੁੰਚਾਇਆ ਸੀ, ਪਹਿਲਾਂ ਰਾਮਚੰਦਰ ਇੰਨੇ ਮਸ਼ਹੂਰ ਨਹੀਂ ਸੀਗੇ, ਤੇ ਦੂਜੀ ਇਹ ਤੋਂ ਪਹਿਲਾਂ, ਕਿਉਂਕਿ ਹਾਲਾਂਕਿ ਤੁਲਸੀਦਾਸ ਦੀ ਜਿਹੜੀ ਰਮਾਇਣ ਹੈ ਉਹ ਵਾਲਮੀਕੀ ਰਮਾਇਣ ਦੀ ਹੀ ਕਾਪੀ ਹੈਗੀ, ਪਰ ਉਹਨਾਂ ਨੇ ਸਿੰਪਲ ਹਿੰਦੀ ਦੇ ਵਿੱਚ ਲਿਖੀ, ਉਹ ਹਿੰਦੀ 'ਚ ਹੋਣ ਕਰਕੇ ਘਰ ਘਰ ਪਹੁੰਚ ਗਈ, ਜਿਵੇਂ ਕਿ ਸਾਡੇ ਗੁਰੂ ਸਾਹਿਬਾਨ ਨੇ ਲੋਕਾਂ ਦੀ ਬੋਲੀ ਦੇ ਵਿੱਚ ਲਿਖਿਆ, ਪੰਜਾਬੀ 'ਚ ਲਿਖਿਆ, ਪੰਜਾਬੀ ਜਿਹੜੀ ਲਿਪੀ ਪੁਰਾਣੀ ਲੰਡੇ ਅੱਖਰੀ ਚੱਲਦੀ ਸੀ ਉਹਨੂੰ ਮਾਂਜਿਆ ਸਵਾਰਿਆ, ਆਪਣਾ ਜਿਹੜਾ ਹੈਗਾ ਗੁਰਬਾਣੀ ਦਾ ਪ੍ਰਚਾਰ ਕੀਤਾ। ਤੁਲਸੀਦਾਸ ਨੇ ਹਿੰਦੀ ਦੇ ਵਿੱਚ ਜਿਹੜਾ ਉਹਦਾ ਪ੍ਰਚਾਰ ਕੀਤਾ, ਪਰ ਇਹ ਗੱਲ ਤਾਂ ਠੀਕ ਹੈ ਵੀ ਰਾਮ ਨੂੰ ਮਸ਼ਹੂਰ ਕਰ ਦਿੱਤਾ, ਪਰ ਉਹ ਕਿਤਾਬ ਜੇ ਆਪਾਂ ਪੜ੍ਹਦੇ ਹਾਂ, ਮੈਂ ਤਾਂ ਪੜ੍ਹੀ ਆ ਰਾਮਚਰਿਤਰ ਮਾਨਸ, ਉਹ ਹੈ ਕੁਛ ਵੀ ਨਹੀਂ ਅੱਜ ਦੇ ਸਮੇਂ ਮੁਤਾਬਕ। ਉਹਦੀਆਂ ਬਹੁਤ ਸਾਰੀਆਂ ਨਲੈਕੀਆਂ ਨੇ ਉਸ ਕਿਤਾਬ 'ਚ, ਨਲੈਕੀਆਂ ਕੀ, ਉਹ ਇੱਕ ਪਿੱਛਾ ਖਿੱਚੂ ਕਿਤਾਬ ਹੈ, ਉਹ ਕਿਤਾਬ ਔਰਤ ਵਿਰੋਧੀ ਵੀ ਹੈ, ਉਹ ਕਿਤਾਬ ਬਹੁਤ ਹੈ, ਜਿਹੜੇ ਮਤਲਬ ਜਿਹੜੇ ਦੋ ਲੀਡਰਾਂ ਦੇ ਬਿਆਨ ਹੈ, ਉਹ ਲੀਡਰਾਂ ਦੇ ਬਿਆਨ ਬਿਲਕੁਲ ਸਹੀ ਨੇ। ਅੱਛਾ, ਹੁਣ ਸਾਡੇ ਖਬਰੀ ਚੈਨਲਾਂ ਨੂੰ ਜਿੱਥੇ ਸੰਜੀਦਾ ਡਿਬੇਟ ਕਰਨੀ ਚਾਹੀਦੀ ਸੀ, ਉਹ ਫਤਵੇ ਜਾਰੀ ਕਰਨ ਲੱਗ ਗਏ ਵੀ ਦੋਹਾਂ ਮੰਤਰੀਆਂ ਹਿੰਦੂ ਵਿਰੋਧੀ ਫਲਾਨਾ। ਇੱਕ ਮੈਂ ਤੁਹਾਨੂੰ ਨਾ ਚੀਜ਼ ਦੱਸਦੇ ਹਾਂ ਕਿ ਜਿਹੜੀ ਰਾਮਚਰਿਤਰ ਮਾਨਸ ਆ ਨਾ ਜੀ, ਇਹ ਕੋਈ ਪਵਿੱਤਰ ਧਾਰਮਿਕ ਕਿਤਾਬ ਨਹੀਂ ਹੈਗੀ। ਉਦਾਹਰਨ ਦੇ ਤੌਰ ਤੇ ਜਿਵੇਂ ਸਿੱਖਾਂ ਲਈ ਪਵਿੱਤਰ ਧਾਰਮਿਕ ਕਿਤਾਬ ਗੁਰੂ ਗ੍ਰੰਥ ਸਾਹਿਬ ਹੈ, ਹਿੰਦੂਆਂ ਦੇ ਲਈ ਸ਼੍ਰੀਮਦ ਭਗਵਦ ਗੀਤਾ ਹੈਗੀ ਹੈ, ਜਾਂ ਮੁਸਲਮਾਨ ਲਈ ਕੁਰਾਨ ਹੈ, ਜਾਂ ਕ੍ਰਿਸਚਨ ਲਈ ਬਾਈਬਲ ਹੈ, ਲੇਕਿਨ ਇਹ ਰਾਮਚਰਿਤਰ ਮਾਨਸ ਇੱਕ ਤਰ੍ਹਾਂ ਦਾ ਇੱਕ ਕਾਵ ਰਚਨਾ ਹੈ। ਇਹ ਕਾਵ ਰਚਨਾ ਜਿਹੜੀ ਕਿ ਤੁਲਸੀਦਾਸ ਦੀ ਲਿਖੀ ਹੋਈ ਆ, ਉਹਦੇ ਵਿੱਚ ਰਾਮ ਦੀ ਮਹਿਮਾ ਗਾਈ ਹੋਈ ਹੈ, ਉਹਦੀ ਭਾਸ਼ਾ ਬਹੁਤ ਸੋਹਣੀ ਹੈ, ਉਹਨੂੰ ਪੜ੍ਹ ਕੇ ਆਨੰਦ ਆ ਜਾਂਦਾ। ਜੇ ਕੋਈ ਧਾਰਮਿਕ ਬੰਦਾ ਰਾਮ ਜੀ ਦਾ ਭਗਤ ਹੈ, ਉਹ ਹੋਰ ਆਸ਼ਾ ਹੋ ਉੱਠੇਗਾ, ਪਰ ਇਹਦੇ ਬਹਾਨੇ ਇਹ ਨਹੀਂ ਕਿ ਉਹਦੀਆਂ ਜਿਹੜੀਆਂ ਊਣਤਾਈਆਂ ਉਹਨੂੰ ਆਪਾਂ ਲੁਕੋ ਕੇ ਰੱਖ ਲਾਂਗੇ। ਤੇ ਇੱਕ ਜਿਹੜਾ ਸਾਇੰਟੀਫਿਕ ਟੈਂਪਰਾਮੈਂਟ ਇਹ ਕਹਿੰਦਾ ਵੀ ਤੁਸੀਂ ਪੁਰਾਣੇ ਵਿਸ਼ਵਾਸ ਤੇ ਸਵਾਲ ਚੁੱਕੋ। ਹੁਣ ਜਿਵੇਂ ਇਹ ਸਾਰਾ ਜਿਹੜਾ ਹੈਗਾ, ਤੇ ਇਹਦੇ ਵਿੱਚ ਔਰਤਾਂ ਦੇ ਬਾਰੇ ਬਹੁਤ ਕੁਝ ਕਿਹਾ ਗਿਆ ਗਲਤ, ਸ਼ੂਦਰਾਂ ਬਾਰੇ ਬਹੁਤ ਕਿਹਾ ਹੋਇਆ, ਸ਼ੂਦਰਾਂ ਨੂੰ ਜਿਹੜੇ ਦਲਿਤ ਨੂੰ ਗਾਲਾਂ ਕੱਢੀਆਂ ਹੋਈਆਂ ਨੇ ਮਤਲਬ ਇਹਦੇ ਵਿੱਚ ਹੈ। ਤੇ ਹੁਣ ਅੱਜ ਦੇ ਸਮੇਂ 'ਚ ਅਸੀਂ ਇਹ ਥੋੜ੍ਹਾ ਐਕਸੈਪਟ ਕਰ ਸਕਦੇ ਹਾਂ, ਤੇ ਇਸ ਲਈ ਜੇ ਉਸ ਸਮੇਂ ਦਾ ਇਹ ਤਾਂ ਅਸੀਂ ਕਹਿ ਸਕਦੇ ਹਾਂ ਵੀ ਤੁਲਸੀਦਾਸ ਨੇ ਜਿਹੜਾ ਉਹਦੇ ਸਮੇਂ ਦਾ ਸਮਾਜ ਸੀ ਉਹਦਾ ਚਿੱਤਰਨ ਕਰ ਦਿੱਤਾ। ਇਹ ਸਮਾਂ ਉਹੀ ਸੀ, ਬਾਬਰ ਦੇ ਟਾਈਮ ਵਾਲਾ ਟਾਈਮ ਸੀਗਾ ਤੁਲਸੀਦਾਸ ਦਾ, ਤੇ ਉਹ ਸਮੇਂ ਚਿੱਤਰਨ ਕਰ ਦਿੱਤਾ। ਪਰ ਇਹਦਾ ਮਤਲਬ ਇਹ ਤਾਂ ਨਹੀਂ ਕਿ ਉਹ ਜਿਹੜਾ ਚਿੱਤਰਨ ਕੀਤਾ ਉਹ ਸਹੀ ਕੀਤਾ ਜਾਂ ਅੱਜ ਦੇ ਸਮੇਂ 'ਚ ਉਹਨੂੰ ਆਪਾਂ ਜਸਟੀਫਾਈ ਠਹਿਰਾ ਸਕੀਏ। ਇਸ ਕਰਕੇ ਮੈਨੂੰ ਲੱਗਦਾ ਕਿ ਜੇਕਰ ਕੋਈ ਲੀਡਰ ਇਹਦਾ ਵਿਰੋਧ ਕਰਤਾ, ਇਹ ਕਹਿੰਦਾ ਵੀ ਇਹ ਕਿਤਾਬ ਦੱਕਿਆ ਨੂੰ ਸੀ, ਤਾਂ ਉਹਦਾ ਰਾਈਟ ਹੈ, ਉਹਦਾ ਹੱਕ ਹੈ, ਕਿਉਂਕਿ ਅੰਬੇਡਕਰ ਸਾਹਿਬ ਇਹ ਪਹਿਲਾਂ ਕਰ ਚੁੱਕੇ ਨੇ। ਉਹਨਾਂ ਨੇ ਕਿਹਾ, ਉਹਨਾਂ ਨੇ ਮਨੂ ਸਮ੍ਰਿਤੀ ਬਾਰੇ ਜਿਹੜਾ ਆਪਣਾ ਸਟੇਟਮੈਂਟ ਦੇ ਚੁੱਕੇ ਨੇ। ਮਨੂ ਸਮ੍ਰਿਤੀ ਕੀ, ਉਹ ਬਹੁਤ ਸਾਰੇ ਹਿੰਦੂ ਧਾਰਮਿਕ ਗ੍ਰੰਥਾਂ ਬਾਰੇ ਵੀ ਕਹਿ ਚੁੱਕੇ ਹੈਗੇ ਨੇ। ਉਹ ਇੱਥੋਂ ਤੱਕ ਕਹਿ ਚੁੱਕੇ ਨੇ ਕਿ ਮੈਂ ਪੈਦਾ ਹਿੰਦੂ ਹੋਇਆ, ਪਰ ਮੈਂ ਮਰਨਾ ਹਿੰਦੂ ਨਹੀਂ ਚਾਹੁੰਦਾ ਹੈਗਾ। ਇਸ ਕਰਕੇ ਉਹਨਾਂ ਨੇ ਬੁੱਧ ਧਰਮ ਵੀ ਉਹ ਕੀਤਾ। ਇਸ ਕਰਕੇ ਜਿਹੜੇ ਦੋਵੇਂ ਲੀਡਰ ਨੇ, ਖਾਸ ਕਰਕੇ ਜਿਹੜੇ ਸਪਾ 'ਚ ਗਿਆ ਹੈ ਮੌਰਿਆ ਜਿਹੜੇ ਹੈਗੇ ਆ, ਇਹ ਸ਼ਾਇਦ ਪਛੜੀ ਬਰਾਦਰੀ ਵਿੱਚੋਂ ਆਉਂਦੇ ਹੈਗੇ ਨੇ, ਤੇ ਜਿਹੜੇ ਆਪਣੇ ਸਿੱਖਿਆ ਮੰਤਰੀ ਨੇ ਬਿਹਾਰ ਦੇ, ਉਹ ਵੀ ਮਤਲਬ ਇੱਕ ਸਮਾਜਵਾਦੀ ਧਾਰਾ ਦੇ ਵਿੱਚ ਆਉਂਦੇ ਹੈਗੇ ਨੇ। ਇਸ ਕਰਕੇ ਮੈਨੂੰ ਲੱਗਦਾ ਸੀ ਵੀ ਇਹ ਇੱਕ ਸੰਜੀਦਾ ਡਿਬੇਟ ਹੋਣੀ ਚਾਹੀਦੀ ਸੀ, ਪਰ ਇਹਨੂੰ ਨਾ ਤਾਂ ਬੀਜੇਪੀ ਵਾਲੇ, ਜਦੋਂ ਦਾ ਸੋਸ਼ਲ ਮੀਡੀਆ ਹੈ ਨਾ ਜੀ, ਸਾਡੀ ਜਿਹੜੀ ਟੋਲਰੈਂਸ ਆ ਉਹ ਬੜੀ ਖਤਮ ਹੋ ਗਈ। ਅਸੀਂ ਡਿਬੇਟ ਦੀ ਥਾਂ ਤੇ ਨਾ ਗਾਲੀ ਗਲੋਚ ਤੇ ਬਹੁਤ ਛੇਤੀ ਹੋ ਰਹੀ ਹੈ। ਹੁਣ ਜਿਵੇਂ ਇੱਕ ਸਿੰਪਲ ਜਿਹੀ ਉਦਾਹਰਨ ਹੈ ਦਾਨੇ ਵਾਲੇ ਸਾਹਿਬ, ਇਹ ਤਾਂ ਇੰਡੀਵਿਜੂਅਲੀ ਹੁੰਦੀਆਂ ਨੇ। ਜਿਵੇਂ ਹੁਣ ਆਪਾਂ ਵਾਲਮੀਕ ਦੀ ਰਾਮਾਇਣ ਪੜ੍ਹਦੇ ਹਾਂ, ਰਾਮਾਇਣ ਦੇ ਵਿੱਚ ਇੱਕ ਚੀਜ਼ ਲਿਖੀ ਹੋਈ ਹੈ, ਲਓ ਉਹ ਮਤਲਬ ਦੇਖੋ ਇਤਿਹਾਸ ਨੂੰ ਕਿਵੇਂ ਬਚਣਾ, ਕਿ ਰਾਮਾਇਣ ਵਿੱਚ ਜੇ ਆਇਆ ਕਿ ਸ਼੍ਰੀ ਰਾਮਚੰਦਰ ਜੀ ਜਦੋਂ ਮਤਲਬ ਪਰਲੋਕ ਸੁਧਾਰਦੇ ਨੇ ਜਾਂ ਇੱਥੋਂ ਚਲੇ ਜਾਂਦੇ ਨੇ, ਉਹ ਹਨੂਮਾਨ ਨੂੰ ਕਹਿੰਦੇ ਵੀ ਤੂੰ ਇੱਥੇ ਹੀ ਰਹੇਗਾ, ਤੂੰ ਅਯੋਧਿਆ ਦੀ ਰੱਖਿਆ ਕਰੇਗਾ। ਮਤਲਬ ਰਾਮਾਇਣ 'ਚ ਹਨੂਮਾਨ ਜੀ ਦੀ ਮੌਤ ਨਹੀਂ ਹੁੰਦੀ ਹੈਗੀ ਹੈ। ਉਹਨਾਂ ਨੂੰ ਕਿਹਾ ਵੀ ਤੂੰ ਅਯੋਧਿਆ ਦੀ ਰੱਖਿਆ ਕਰੇਗਾ। ਹੁਣ ਕੋਈ ਸਵਾਲ ਇਹ ਕਰ ਸਕਦਾ ਵੀ ਭਾਈ, ਜੇ ਤੁਸੀਂ ਕਹਿੰਦੇ ਹੋ ਵੀ ਇੱਥੇ ਬਾਬਰ ਨੇ ਆ ਕੇ ਰਾਮ ਮੰਦਿਰ ਤੋੜਤਾ, ਹਨੂਮਾਨ ਜੀ ਕਿੱਥੇ ਨੇ? ਹਨੂਮਾਨ ਜੀ ਨੇ ਕਿਉਂ ਨਹੀਂ ਕੀਤਾ? ਇਹ ਕੁਐਸਚਨ
ਇਹ ਮਤਲਬ ਲਿਟਰੇਚਰ ਐ ਪੜ੍ਹਿਆ ਜਾਂਦਾ ਹੈਗਾ। ਅੱਛਾ, ਦੂਜੇ ਪਾਸੇ ਇੱਕ ਹੋਰ ਚੀਜ਼, ਤੁਲਸੀਦਾਸ ਜੀ ਦਾ ਟਾਈਮ ਜਿਹੜਾ ਸੀਗਾ ਉਹ ਬਾਬਰ ਦਾ ਟਾਈਮ ਸੀਗਾ। ਉਹਨਾਂ ਨੇ ਜਿਹੜੀ ਰਚਨਾ ਲਿਖੀ, ਮੈਂ ਇਹ ਸਵਾਲ ਕੀਤਾ ਸੀ ਜਦੋਂ ਰਾਮ ਮੰਦਿਰ ਬਾਰੇ ਬਹੁਤ ਕੁਝ ਕਰਨ ਲੱਗੇ ਹੋਏ ਸੀ, ਮੈਂ ਇੱਕ ਆਰਟੀਕਲ ਲਿਖਿਆ ਸੀਗਾ ਵੀ ਜੇਕਰ ਸੱਚੀ ਬਾਬਰ ਨੇ ਰਾਮ ਮੰਦਿਰ ਢਾਇਆ ਹੁੰਦਾ ਤਾਂ ਤੁਲਸੀਦਾਸ ਨੇ ਆਪਣੀ ਰਾਮਚਰਿਤ੍ਰ ਮਾਨਸ ਵਿੱਚ ਦਾ ਜ਼ਿਕਰ ਕਰਨਾ ਸੀ। ਜ਼ਿਕਰ ਕੀ ਬਹੁਤ ਮਾਰਮਿਕ ਤਰੀਕੇ ਨਾਲ ਕਰਨਾ ਸੀ, ਰੋ ਕੇ ਜ਼ਿਕਰ ਕਰਨਾ ਸੀਗਾ, ਪਰ ਉਹਨਾਂ ਨੇ ਨਹੀਂ ਜ਼ਿਕਰ ਕੀਤਾ ਹੈਗਾ। ਤੇ ਇਹ ਲਿਟਰੇਚਰ ਐਂ ਪੜ੍ਹਿਆ ਜਾਂਦਾ ਹੈਗਾ। ਮਤਲਬ ਇਹ ਉਹਦੇ ਵਿੱਚ ਕੁਤਾਈਆਂ ਹੁੰਦੀਆਂ ਨੇ, ਉਹ ਕੁਤਾਈਆਂ ਵੱਲ ਵੀ ਧਿਆਨ ਦਿਵਾਉਣਾ ਹੁੰਦਾ ਹੈਗਾ। ਮੁੱਕਦੀ ਗੱਲ ਕਿ ਰਾਮਚਰਿਤ੍ਰ ਮਾਨਸ ਕੋਈ ਪਵਿੱਤਰ ਕਿਤਾਬ ਨਹੀਂ। ਵੈਸੇ ਮੇਰੇ ਵਰਗਾ ਬੰਦਾ ਤਾਂ ਇਹ ਵੀ ਕਹਿੰਦਾ ਕਿ ਜੇ ਕੋਈ ਪਵਿੱਤਰ ਕਿਤਾਬ 'ਚ ਵੀ ਸਵਾਲ ਉੱਠਦਾ ਉਹਨੂੰ ਉਠਾਉਣਾ ਚਾਹੀਦਾ, ਪਰ ਰਾਮਚਰਿਤ੍ਰ ਮਾਨਸ ਪਵਿੱਤਰ ਕਿਤਾਬ ਨਹੀਂ, ਉਹ ਸਿਰਫ ਇੱਕ ਮਹਾਕਾਵ ਹੈ। ਮਹਾਕਾਵ ਹੈ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਸੀਂ ਇਸ ਵਕਤ ਰੇਡੀਓ ਪੰਜਾਬ ਟੂਡੇ ਤੇ ਸਟੂਡੀਓ ਤੋਂ ਲਾਈਵ ਜੁੜੇ ਹੋਏ ਹੋ ਤੇ ਗੱਲਬਾਤ ਚਰਚਾ ਅੱਗੇ ਚਲਾਉਣੀ ਹੈ ਤਾਂ ਚਲਦੇ ਆਪਾਂ BBC ਦੀ ਡਾਕੂਮੈਂਟਰੀ ਤੇ ਵੀ ਗੱਲ ਕਰ ਲਈਏ। ਢਿੱਲੋਂ ਸਾਹਿਬ ਨੇ ਵੀ ਗੱਲ ਕੀਤੀ ਹੈ ਤੇ ਦੋਨਾਂ ਦੇ ਵਿਚਾਰ ਅੱਡੋ ਅੱਡ ਲਵਾਂਗੇ ਜੀ। ਤੁਹਾਡੇ ਕੀ ਵਿਚਾਰ ਨੇ? ਮੈਂ ਡਾਕੂਮੈਂਟਰੀ ਦੇਖ ਲਈ ਹੈ ਵੈਸੇ ਦਾਨੀ ਵਾਲੇ ਸਾਹਿਬ ਜੀ। ਇਹ ਕਰੀਬ 1 ਘੰਟੇ ਦੀ ਹੈਗੀ ਆ। ਇਹ 1 ਘੰਟੇ ਦੀ ਪਰਚਾ ਨਾ ਕਰਾ ਲਿਓ ਇੱਥੇ ਕਹਿ ਕੇ ਵੀ ਡਾਕੂਮੈਂਟਰੀ ਦੇਖਣ ਵਾਲੇ ਤੇ ਸ਼ੇਅਰ ਕਰਨ ਵਾਲੇ। ਮੈਂ ਦੇਖ ਲਈ ਜੀ, ਮੈਂ ਪਬਲਿਕਲੀ ਕਰਦਾ, ਜਦੋਂ ਪਰਚਾ ਕਰਨਗੇ ਉਹ ਬਾਅਦ ਦੀ ਗੱਲ ਆ। ਤੇ ਪਰ ਮੈਂ ਦੇਖ ਲਈ, ਇਹ ਮੇਰੇ ਕੋਲ ਕੋਈ ਸੋਰਸ ਥਰੂ ਆ ਗਈ ਇਹ। ਤੇ ਇਹਦੇ ਵਿੱਚ ਕੁਝ ਵੀ, ਪਹਿਲੀ ਗੱਲ ਤਾਂ ਹੈਗੀ ਹੈ ਕਿ ਮੌਜੂਦਾ ਸਰਕਾਰ ਕਹਿ ਰਹੀ ਹੈਗੀ ਹੈ ਕਿ ਇਹਨੂੰ ਜਿਹੜਾ ਹੈਗਾ ਸ਼ੇਅਰ ਕਰਨ ਵਾਲਿਆਂ ਉੱਤੇ ਵੀ ਪਰਚਾ ਹੋਊਗਾ, ਇਹਨੂੰ ਜਿਹੜਾ ਹੈਗਾ ਪ੍ਰਚਾਰ ਕਰਨ ਵਾਲਿਆਂ ਉੱਤੇ ਵੀ IT ਨਿਯਮ ਲਾਗੂ ਹੋਣਗੇ। ਪ੍ਰਸ਼ਾਂਤ ਭੂਸ਼ਣ ਨੇ ਜਦੋਂ ਇਹ ਵੀਡੀਓ ਰਿਲੀਜ਼ ਹੋਈ ਸੀ ਨਾ, ਉਦੋਂ ਹੀ ਸ਼ੇਅਰ ਕੀਤੀ ਸੀਗੀ ਵੀ ਇਹਨੂੰ ਭਾਈ ਹੁਣੀ ਦੇਖ ਲਓ ਤੇ ਨਹੀਂ ਫਿਰ ਤੁਹਾਨੂੰ ਮਿਲਣੀ ਨਹੀਂ ਹੈਗੀ। ਸੋ ਬਹੁਤ ਸਾਰੇ ਬੰਦਿਆਂ ਨੇ ਦੇਖ ਲਈ। ਇਸ ਕਰਕੇ ਹੁਣ ਮਸਲਾ ਇਹ ਹੈਗਾ ਕਿ ਇਹ ਪੂਰੀ ਵੀਡੀਓ ਵਿੱਚ ਸਰਕਾਰ, ਮੈਨੂੰ ਤਾਂ ਇਹ ਨਹੀਂ ਸਮਝ ਆਉਂਦਾ ਕਿ ਡਰੀ ਕਿਉਂ ਹੋਈ ਹੈ। ਪਹਿਲੀ ਗੱਲ ਤਾਂ ਹੈਗੀ ਕਿ ਵੀਡੀਓ ਸਰਕਾਰ ਦਾ ਕਹਿ ਵੀ ਇਹ 3rd ਕਲਾਸ ਵੀਡੀਓ ਹੈ, ਸਰਕਾਰ ਦਾ ਪੱਖ ਹੈ। ਤੇ ਫਿਰ 3rd ਕਲਾਸ ਹੈ ਤਾਂ ਡਰਦੇ ਕਿਉਂ? ਫਿਰ ਮੇਰਾ ਉਹੀ ਸਵਾਲ ਆ ਵੀ 3rd ਕਲਾਸ ਤੋਂ ਡਰਦੇ ਕਿਉਂ ਆ? ਦਲੀਲ ਦਵੋ। ਇਹਦੇ ਵਿੱਚ ਸ਼ੁਰੂਆਤ 'ਚ ਹੀ ਲਿਖਿਆ ਹੋਇਆ ਵੀ 30 ਬੰਦੇ ਇਹੋ ਜਿਹੇ ਨੇ ਜਿਨ੍ਹਾਂ ਤੋਂ ਅਸੀਂ ਕੋਰਟ ਲੈਣ ਦੀ ਕੋਸ਼ਿਸ਼ ਕੀਤੀ, ਉਹ ਅੱਗੇ ਨਹੀਂ ਆਏ ਡਰਦੇ ਹੋਏ। ਤੇ 23 ਬੰਦਿਆਂ ਦੇ ਕੋਰਟ ਲਏ ਹੋਏ ਨੇ, ਜਿਹਦੇ ਵਿੱਚ ਕੁਝ ਜਰਨਲਿਸਟ ਹੈਗੇ ਨੇ, ਕੁਝ ਐਕਟਿਵਿਸਟ ਹੈਗੇ ਨੇ। ਇਹਦੇ ਵਿੱਚ ਬਹੁਤ ਸਾਰੇ ਲੋਕ ਨੇ। ਦੇਖੋ ਅੱਜ ਦੇ ਘੜੀ ਦੇ ਵਿੱਚ ਤਾਂ ਕੋਈ ਇਸ ਤਰ੍ਹਾਂ ਦੇ ਬੰਦੇ ਬਹੁਤੇ ਅੱਗੇ ਨਹੀਂ ਆਉਂਦੇ ਬੋਲਣ ਲਈ। ਇਹ ਉਹੀ ਜਿਹੜੀਆਂ ਆਪਾਂ ਸਾਰੀਆਂ ਪਹਿਲਾਂ ਪੜ੍ਹੀਆਂ ਹੋਈਆਂ ਹੈਗੀਆਂ ਨੇ, ਉਹਨਾਂ ਉਹ ਸਾਰੀਆਂ ਚੀਜ਼ਾਂ ਨੂੰ ਇਕੱਠੇ ਕੀਤਾ ਹੋਇਆ ਇਸ ਡਾਕੂਮੈਂਟਰੀ ਦੇ ਵਿੱਚ। ਤੱਥਾਂ ਦਾ ਹੈ ਇੱਕ ਜਿਹੜੀ ਦਸਤਾਵੇਜ਼ੀ ਫਿਲਮ ਦਾ ਵੀ ਬਹੁਤ ਵਧੀਆ ਉਦਾਹਰਨ ਹੈਗੀ ਹੈ, ਕਿਉਂਕਿ ਇਹ ਹਾਲੇ ਮੈਂ ਥੋੜੇ ਦਿਨ ਪਹਿਲਾਂ ਹੀ ਦੇਖ ਕੇ ਹਟਿਆ ਵਾਂ। ਇਹਨੂੰ ਇੱਕ ਮੈਂ ਵਧੀਆ ਮੰਨਦਾ, ਮੈਨੂੰ ਕਿਸੇ ਪੱਖੋਂ ਨਹੀਂ ਆ ਇਹਦੇ ਵਿੱਚ ਕੋਈ ਗੜਬੜ ਨਹੀਂ ਲੱਗੀ। ਇਹਦੇ ਵਿੱਚ ਦੱਸਿਆ ਗਿਆ ਜਿਹੜੀਆਂ ਚੀਜ਼ਾਂ ਤੋਂ ਡਰਦੀ ਸਰਕਾਰ ਕਿਉਂ, ਇਹਦੇ ਵਿੱਚ ਹੈ ਕੀ ਹੈ। ਇਹਦੇ ਵਿੱਚ ਅਹਿਸਾਨ ਜਾਫਰੀ ਜਿਹੜੇ ਹੈਗੇ ਆ, ਉਹਨਾਂ ਦੀ ਡੈਥ ਹੁੰਦੀ ਹੈ, ਜੋ ਕਿ ਕਾਂਗਰਸ ਦੇ MP ਰਹਿ ਚੁੱਕੇ ਨੇ। ਉਹਨਾਂ ਦੇ ਨਾਲ ਦਾ ਇੱਕ ਬਹੁਤ ਨੇੜੇ ਦਾ ਬੰਦਾ ਜੋ ਕਿ ਇਸ ਕੇਸ ਦੇ ਵਿੱਚ ਵੀ ਸ਼ਾਮਲ ਰਿਹਾ, ਜਦੋਂ ਜ਼ਕੀਆ ਜਾਫਰੀ ਉਹਨਾਂ ਦੀ ਵਾਈਫ ਲੜ ਰਹੀ ਸੀਗੀ। ਤੇ ਉਹਨਾਂ ਦਾ ਕਹਿਣਾ ਸੀਗਾ ਕਿ ਅਹਿਸਾਨ ਜਾਫਰੀ ਦੇ ਘਰੇ ਜਦੋਂ ਭੀੜ ਆਉਣੀ ਸ਼ੁਰੂ ਹੋ ਗਈ, ਵੀ ਲੋਕਾਂ ਨੂੰ ਸੀਗਾ ਵੀ ਉਹ MP ਰਿਹਾ ਹੋਇਆ, ਵੀ ਉਹ ਸਾਨੂੰ ਬਚਾ ਲੂਗਾ। ਤੇ ਹੋਇਆ ਕੀ ਕਿ ਅਹਿਸਾਨ ਜਾਫਰੀ ਨੇ ਉਹ ਭੀੜ ਨੂੰ ਕਿਹਾ ਵੀ ਮੈਨੂੰ ਮਾਰ ਦੋ, ਇਹਨਾਂ ਨੂੰ ਨਾ ਮਾਰੋ। ਉਹਨਾਂ ਨੇ ਕਈ ਜਗ੍ਹਾ ਫੋਨ ਵੀ ਕੀਤੇ, ਤੇ ਫੋਨ ਕੀਤੇ ਨਰਿੰਦਰ ਮੋਦੀ ਨੂੰ ਫੋਨ ਕੀਤੇ, ਤੇ ਨਰਿੰਦਰ ਮੋਦੀ ਨੇ ਫੋਨ ਉਹਦੀ ਸੁਣਨ ਦੀ ਜਗ੍ਹਾ ਉਹਨੂੰ ਗਾਲਾਂ ਕੱਢੀਆਂ। ਇਹ ਵੀਡੀਓ ਵਿੱਚ ਹੈ। ਉਹ ਜਿਹੜਾ ਇੱਕ ਚਸ਼ਮਦੀਦ ਬੋਲ ਰਿਹਾ ਕਿ ਮੈਂ ਉਹ ਤੋਂ ਪੁੱਛਿਆ ਵੀ ਇਹਦੇ ਵਿੱਚ ਹੈ ਕੀ ਹੈ ਜੀ, ਚੱਕਰ ਕੀ ਹੈ, ਵੀ ਤੂੰ ਥੋੜਾ ਮੂੰਹ ਕਿਉਂ ਮਰਜਾਇਆ? ਉਹ ਕਹਿੰਦਾ ਨਰਿੰਦਰ ਮੋਦੀ ਤਾਂ ਮੈਨੂੰ ਗਾਲਾਂ ਕੱਢ ਰਿਹਾ। ਤੇ ਇੱਕ ਮੰਤਰੀ ਆ, ਉਹ ਵੀ ਇਸੇ ਤਰ੍ਹਾਂ ਬੋਲਿਆ ਕਿ ਅਹਿਸਾਨ ਜਾਫਰੀ ਨੇ ਕਹਿ ਦਿੱਤਾ ਆਪਣੀ ਕੋਈ ਮਦਦ ਨਹੀਂ ਕਰੇਗਾ। ਤੇ ਭੀੜ ਆਈ, ਉਹਨੂੰ ਕਈ ਸਾਰੇ ਟੋਟੇ ਕੀਤੇ, ਮਾਰਤਾ, ਉਹਨੂੰ ਸਾੜ ਦਿੱਤਾ। ਇਹ ਆਪਾਂ ਨੂੰ ਸਭ ਨੂੰ ਪਤਾ। ਫਿਰ ਉੱਥੇ ਜਿਹੜੇ ਔਰਤਾਂ ਸੀ ਉਹਨਾਂ ਦਾ ਰੇਪ ਕੀਤਾ ਗਿਆ, 69 ਬੰਦੇ ਮਾਰੇ ਗਏ ਉਸ ਜਗ੍ਹਾ ਦੇ ਉੱਤੇ ਹੀ। ਇਹ ਇਸੇ ਤਰ੍ਹਾਂ ਹੀ ਜਿਹੜਾ ਹੈਗਾ ਇੱਕ ਵਿਕਟਮ ਹੋਰ ਹੈ, ਜਿਹੜਾ ਇੰਗਲੈਂਡ ਤੋਂ ਆਇਆ ਹੋਇਆ ਰਹਿੰਦਾ ਵਾ, ਉਹ ਉੱਥੇ ਆਇਆ ਹੋਇਆ ਸੀ ਆਪਣੇ ਰਿਸ਼ਤੇਦਾਰ ਦੇ ਘਰੇ, ਉਹਦੇ ਡਰਾਈਵਰ ਨੂੰ ਮਾਰਿਆ ਗਿਆ। ਖੁਦ ਉਸ ਸਮੇਂ ਦਾ ਵਾਕਿਆ ਦੱਸ ਰਿਹਾ ਹੈਗਾ। ਉਸ ਸਮੇਂ ਸੰਜੀਵ ਭੱਟ ਦੇ ਬਿਆਨ ਜਿਹੜੇ ਕਿ ਹੁਣ ਜੇਲ੍ਹ ਦੇ ਵਿੱਚ ਦਿੱਤਾ ਹੋਇਆ ਇਹਨਾਂ ਨੇ, ਉਹ ਸਾਰੀਆਂ ਚੀਜ਼ਾਂ ਨੂੰ ਨਾ, ਜਿਹੜੇ ਦਸਤਾਵੇਜ਼ਾਂ ਨੂੰ ਇਕੱਠਾ ਕਰਕੇ ਇੱਕ ਵੀਡੀਓ ਬਣੀ ਹੋਈ ਆ। ਨਰਿੰਦਰ ਮੋਦੀ ਦਾ ਵੀ ਕੋਟ ਲਿਆ ਹੋਇਆ, ਨਰਿੰਦਰ ਮੋਦੀ ਦਾ ਕੋਟ ਲਿਆ। ਉਹ 'ਚ ਬੜੀ ਕਮਾਲ ਦੀ ਗੱਲ ਹੈ। ਨਰਿੰਦਰ ਮੋਦੀ ਤੋਂ ਇੱਕ ਸਵਾਲ ਪੁੱਛਿਆ ਗਿਆ ਕਿ ਪਹਿਲਾਂ ਤਾਂ ਉਹ ਕਾਫੀ ਬਦਤਮੀਜ਼ੀ ਨਾਲ ਪੇਸ਼ ਆ ਰਿਹਾ ਵੀ ਉੱਪਰ ਜਰਨਲਿਸਟ ਨੂੰ ਜਿਹੜੀ ਸਵਾਲ ਪੁੱਛ ਰਹੀ ਹੈ, ਪਰ ਜਦੋਂ ਉਹ ਇੱਕ ਸਵਾਲ ਪੁੱਛਦੀ ਆ ਵੀ ਅੱਗੇ ਤਾਂ ਤੁਹਾਡੇ ਲਈ ਕੋਈ ਸੁਨੇਹਾ, ਵੀ ਅੱਗੇ ਤੋਂ ਤੁਸੀਂ ਕੀ ਕਰੋਗੇ, ਕਹਿੰਦਾ ਹਾਂ ਅੱਗੇ ਤੋਂ ਮੈਂ ਇੱਕ ਗੱਲ ਧਿਆਨ ਰੱਖੂਗਾ ਵੀ ਮੀਡੀਆ ਨੂੰ ਕਿਵੇਂ ਕਾਬੂ ਕਰਨਾ। ਮੀਡੀਆ ਨੂੰ, ਉਹ ਹੁਣ ਮੀਡੀਆ ਨੂੰ ਕਾਬੂ ਕਰ ਹੀ ਰਿਹਾ ਇੰਡੀਆ ਦੇ ਵਿੱਚ, ਆਪਾਂ ਨੂੰ ਪਤਾ, ਪ੍ਰਧਾਨ ਮੰਤਰੀ ਬਣ ਕੇ। ਸੋ ਇਸ ਤਰ੍ਹਾਂ ਇਹ ਵੀਡੀਓ ਇੱਕ ਅੱਛੀ ਵੀਡੀਓ ਆ। ਹੁਣ ਸਵਾਲ ਇਹ ਹੈਗਾ ਵੀ ਭਾਰਤ ਸਰਕਾਰ
ਇੱਕ ਤਾਂ ਲੋਕਾਂ ਨੂੰ ਕਹਿ ਰਹੀ ਹੈ ਵੀ ਜਿਨ੍ਹਾਂ ਨੇ ਸ਼ੇਅਰ ਕੀਤਾ ਉਹਦੇ ਤੇ ਵੀ IT ਨਿਯਮਾਂ ਤਹਿਤ ਮਾਮਲਾ ਦਰਜ ਹੋ, ਕਿਉਂਕਿ IT ਨਿਯਮਾਂ ਨੂੰ ਇਹ ਸੋਧਣ ਲੱਗੇ ਹੋਏ ਹੈਗੇ ਨੇ। ਦੂਜੀ ਚੀਜ਼ ਇਹ ਹੈਗੀ ਹੈ, ਫਿਰ ਇਹ ਕਹਿਣ ਲੱਗੇ ਨੇ ਕਿ ਇਹ ਭਾਰਤ ਦੀ ਜੀ ਸ਼ਾਖ ਖਰਾਬ ਕਰ ਰਹੀ ਹੈ, ਇਹ ਜੀ ਭਾਈਚਾਰਕ ਸਾਂਝ ਨੂੰ ਵਿਗਾੜ ਰਹੀ ਹੈ। ਮੈਨੂੰ ਨਹੀਂ ਲੱਗਿਆ ਕਿ ਇਹ ਵੀਡੀਓ ਤੇ ਇੱਕ ਸੱਚ ਉਜਾਗਰ ਕਰ ਰਹੀ ਹੈ ਮੋਦੀ ਦੇ ਰਾਜ ਦਾ। ਇਹ ਮੋਦੀ ਦੀ ਸ਼ਾਖ ਇਹਦੇ ਨਾਲ ਡਿੱਗ ਸਕਦੀ ਹੈ, ਪਰ ਭਾਰਤ ਦੀ ਨਹੀਂ ਡਿੱਗ ਸਕਦੀ। ਅੱਛਾ, ਤੁਸੀਂ ਭਾਈਚਾਰਕ ਸਾਂਝ ਦੀ ਗੱਲ ਕਰ ਰਹੇ ਹੋ, ਭਾਈਚਾਰਕ ਸਾਂਝ ਨੂੰ ਵਿਗਾੜਨ ਲਈ ਤਾਂ ਆਏ ਦਿਨ BJP ਦੇ ਲੀਡਰ ਬਿਆਨ ਦੇ ਰਹੇ ਨੇ, ਫਲਾਣਿਆਂ ਨੂੰ ਐਂ ਕਰ ਦੋ। ਸੋ ਕੁੱਲ ਮਿਲਾ ਕੇ ਕਹਾਣੀ ਇਹ ਹੈਗੀ ਹੈ ਕਿ ਇਹਦੇ ਵਿੱਚ ਟੋਟਲੀ ਜਿਹੜਾ ਇੱਕ ਗੁਜਰਾਤ ਦੇ ਜਿਹੜਾ ਹੈਗਾ ਉਹ ਹਿੰਸਾ ਹੋਈ ਸੀ ਸਾਰੀ, ਉਹਨੂੰ ਇੱਕ ਇਹਨਾਂ ਨੇ ਨਾ ਤਰਤੀਬਵਾਰ ਕੀਤਾ, ਜਿਵੇਂ ਆਪਾਂ ਕਹਿੰਦੇ ਕਿਸੇ ਚੀਜ਼ ਨੂੰ ਕਲਮਬੰਦ ਕਰ ਦਿੱਤਾ। ਇਹਨਾਂ ਨੂੰ ਇੱਕ ਦਸਤਾਵੇਜ਼ ਦੇ ਤੌਰ ਤੇ ਪੇਸ਼ ਕਰਨ ਵਾਲੀ ਇਹ ਜਿਹੜੀ ਹੈਗੀ ਆ ਡਾਕੂਮੈਂਟਰੀ ਆ। ਇਹਨੂੰ ਆਰਾਮ ਨਾਲ ਇੰਗਲੈਂਡ ਵਾਲੇ ਦੇਖ ਸਕਦੇ ਨੇ, ਹੋਰ ਕਿਤੇ ਦੇਖੀ ਨਹੀਂ ਜਾ ਸਕਦੀ, ਪਰ ਜਦੋਂ ਇੰਡੀਆ ਵਿੱਚ ਕੁਝ ਲੋਕਾਂ ਨੇ ਦੇਖ ਲਈ ਤਾਂ ਬਾਕੀ ਵੀ ਦੇਖ ਸਕਦੇ ਨੇ। ਜੀ ਜੀ, ਸੋ ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ, ਧੰਨਵਾਦ। ਤੇ ਫਿਲਹਾਲ ਇੱਕ ਬ੍ਰੇਕ ਦਾ ਸਮਾਂ, ਤੇ ਡਾਕਟਰ ਹਰਸ਼ਿੰਦਰ ਕੌਰ ਹੋਰਾਂ ਦੇ ਨਾਲ ਅੱਗੇ ਸਾਂਝ ਪਾਵਾਂਗੇ। ਸੋ ਜੇਕਰ ਤੁਸੀਂ ਵੀ ਕੋਈ ਐਡਵਰਟੀਜ਼ਮੈਂਟ ਦੇਣਾ ਚਾਹੁੰਦੇ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ 97801 48741 ਦੇ ਲਈ ਸੁਨਹਿਰੀ ਮੌਕਾ ਲੈ ਕੇ ਆਈ ਆ ਪੰਜਾਬ ਦੀ ਬਹੁਤ ਹੀ ਵੱਡੀ ਰੀਅਲ ਅਸਟੇਟ ਕੰਪਨੀ DH ਰੀਅਲ ਅਸਟੇਟ। ਬਹੁਤ ਹੀ ਨਾਮਵਰ ਕੰਪਨੀ ਤੁਹਾਨੂੰ ਮੌਕਾ ਪ੍ਰਦਾਨ ਕਰਦੀ ਹੈ ਕਿ ਬਿਨਾਂ ਪੰਜਾਬ ਗਏ ਤੁਸੀਂ ਹੁਣ ਆਪਣੀ ਜ਼ਮੀਨ ਵੇਚ ਸਕੋਗੇ ਜਾਂ ਫਿਰ ਆਪਣੀ ਪਸੰਦੀ ਦੀ ਜ਼ਮੀਨ ਖਰੀਦ ਸਕੋਗੇ। ਕਿਸੇ ਵੀ ਤਰ੍ਹਾਂ ਦੀ ਕੋਠੀ, ਫਲੈਟ, ਪਲਾਟ ਜਾਂ ਫਿਰ ਕਮਰਸ਼ੀਅਲ ਜਾਂ ਐਗਰੀਕਲਚਰ ਲੈਂਡ ਲੈਣੀ ਹੋਵੇ ਤਾਂ DH ਰੀਅਲ ਅਸਟੇਟ ਨਾਲ ਸੰਪਰਕ ਕਰੋ। ਤੁਹਾਨੂੰ ਪੰਜਾਬ ਜਾਣ ਦੀ ਲੋੜ ਨਹੀਂ, ਸੌਦਾ ਬੈਠੇ ਬਿਠਾਏ ਇੱਥੇ ਹੀ ਕਰਾ ਕੇ ਤੇ ਇੱਥੇ ਹੀ ਪੈਸੇ ਪਹੁੰਚਦੇ ਕਰ ਦਿੰਦੇ ਨੇ। ਨੰਬਰ ਹੈ DH ਰੀਅਲ ਅਸਟੇਟ ਦਾ 98775 07058 +91 ਇੰਡੀਆ ਦਾ ਕੋਡ ਲਾਉਣਾ। WhatsApp ਤੇ ਜਾਂ ਫਿਰ ਡਾਇਰੈਕਟ ਕਾਲ ਕਰ ਲੈਣੀ ਹੈ 98775 07058 DH ਰੀਅਲ ਅਸਟੇਟ। ਇਹਨਾਂ ਦਾ ਸਲੋਗਨ ਹੈ ਪੰਜਾਬ ਵਿੱਚ ਬੇਫਿਕਰੇ ਹੋ ਕੇ ਹੁਣ ਖਰੀਦੋ ਜ਼ਮੀਨ, ਪਲਾਟ, ਕੋਠੀ ਜਾਂ ਫਿਰ ਫਲੈਟ। ਭੈਣ ਜੀ, ਵਿਆਹ ਲਈ ਕੱਪੜਿਆਂ ਦੀ ਤੇ ਸ਼ਾਪਿੰਗ ਹੋ ਗਈ ਲਾਜਵਾਬ, ਪਰ ਜਿਊਲਰੀ ਕਿੱਥੋਂ ਲੈਣੀ ਹੈ? ਫਿਕਰ ਨਾ ਕਰੋ, ਜਿੱਥੇ ਲੋਕ ਸੂਟ ਦੇਖਦੇ ਰਹਿ ਜਾਣਗੇ ਉੱਥੇ ਗਹਿਣੇ ਦੇ ਡਿਜ਼ਾਈਨ ਦੀ ਵੀ ਤਾਰੀਫ ਕੀਤੇ ਬਿਨਾਂ ਰਹਿਣਗੇ ਨਹੀਂ, ਕਿਉਂਕਿ AC ਜੁਐਲਰਸ ਕੈਂਟ ਵਾਲਿਆਂ ਦੇ ਕੋਲ ਹੈ 22 ਕੈਰਟ ਦੇ ਸੋਨੇ ਦੇ ਗਹਿਣੇ, ਔਰਤਾਂ, ਮਰਦਾਂ, ਬੱਚਿਆਂ ਦੇ ਵੰਨ-ਸਵੰਨੇ ਗਹਿਣਿਆਂ ਦੀ ਬੇਸ਼ੁਮਾਰ ਤੇ ਲੇਟੈਸਟ ਵੈਰਾਈਟੀ। ਇਹਨਾਂ ਦੇ ਸ਼ੋਰੂਮ 'ਚ ਸੋਨੇ, ਚਾਂਦੀ, ਹੀਰਿਆਂ ਦੇ ਗਹਿਣੇ ਭਰੇ ਰਹਿੰਦੇ ਨੇ, ਜਿੱਥੇ ਹੈ ਕੁੰਦਨ ਸੈੱਟ, ਜੜਾਊ ਸੈੱਟ, ਪੋਲਕੀ ਸੈੱਟ, ਹੀਰੇ ਜੜੇ ਸੈੱਟ, ਲਾਈਟ ਵੇਟ ਨੈਕਲੇਸ, ਚੇਨ, ਕੜੇ, ਚੂੜੀਆਂ, ਨਗਾਂ ਵਾਲੀਆਂ ਸੋਹਣੀਆਂ ਮੁੰਦਰੀਆਂ, ਝੁਮਕੇ ਵਾਲੀਆਂ ਤੇ ਹੋਰ ਬਥੇਰਾ ਕੁਝ। AC ਜੁਐਲਰ ਸ਼ਟਲ ਵਿੱਚ ਹਰ ਹਫਤੇ ਨਵੀਂ ਸ਼ਿਪਮੈਂਟ ਆਉਂਦੀ ਹੈ। ਤੁਹਾਡੇ ਪਸੰਦ ਦੇ, ਤੁਹਾਡੇ ਸਾਈਜ਼ ਮੁਤਾਬਕ ਗਹਿਣੇ 2 ਹਫ਼ਤਿਆਂ ਵਿੱਚ ਤਿਆਰ ਕਰਵਾ ਕੇ ਦਿੰਦੇ ਹਨ ਤੇ ਰਿਪੇਅਰ ਵੀ ਕਰਦੇ ਹਨ। 24 ਕੈਰਟ ਸੋਨੇ ਦੇ ਬਿਸਕੁਟ ਖਰੀਦ ਅਤੇ ਵੇਚ ਸਕਦੇ ਹੋ। 100% ਪਿਓਰ ਗਰੰਟੀ ਵਾਲੇ ਗਹਿਣੇ ਲੈਣ ਲਈ ਪਹੁੰਚੋ 25416 100 ਫੋਰਟ ਐਵੇਨਿਊ, ਸਾਊਥ ਈਸਟ, ਕੈਂਟ। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 360652 6066। ਇਹ 2 ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਨੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, the one stop shop। 5196220660 ਜਾਂ quicktrucklube.com। QTL, because we care। ਸਟੇਟ ਲਾਈਨ ਟਰੱਕ ਐਂਡ ਟ੍ਰੇਲਰ ਵਰਜੀਨੀਆ ਸਟੇਟ ਲਾਈਨ ਤੇ ਲੈ ਕੇ ਆਏ ਨੇ ਟਰੱਕ ਐਂਡ ਟ੍ਰੇਲਰ ਰਿਪੇਅਰ ਸ਼ਾਪ। ਇੰਟਰਸਟੇਟ 81 ਦੇ ਐਗਜ਼ਿਟ 323 ਆਪੋਜ਼ਿਟ ਫਲਾਈਂਗ ਜੇ ਟਰੱਕ ਸ਼ਾਪ, ਜਿੱਥੇ ਟਰੱਕਾਂ ਦੀ ਹਰ ਤਰ੍ਹਾਂ ਦੀ ਤਸੱਲੀ ਬਖਸ਼ ਮੁਰੰਮਤ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਪਾਰਕਿੰਗ ਤੇ ਆਫਿਸ ਸਪੇਸ ਵੀ ਹੈ ਉਪਲਬਧ। ਪੂਰੀ ਰਾਤ, ਹਫ਼ਤਾਵਾਰ ਜਾਂ ਮਹੀਨਾਵਾਰ ਪਾਰਕਿੰਗ ਅਤੇ ਟਰੱਕ ਰਿਪੇਅਰ ਲਈ ਜ਼ਰੂਰ ਆਓ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 6812600050। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਇਸ ਵਕਤ ਤੁਸੀਂ ਰੇਡੀਓ ਪੰਜਾਬ ਟੂਡੇ ਦੇ ਬਠਿੰਡਾ ਸਟੂਡੀਓ ਤੋਂ ਜੁੜੇ ਹੋਏ ਮੇਰੇ ਨਾਲ ਡਾਕਟਰ ਸ਼ਿੰਦਰ ਕੌਰ ਭੈਣ ਜੀ ਜੁੜੇ ਹੋਏ ਨੇ। ਭੈਣ ਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਭਾਜੀ, ਤੁਹਾਡੇ ਰਾਹੀਂ ਜਿੰਨੇ ਵੀ ਸੁਣ ਵੇਖ ਰਹੇ ਨੇ ਸਭਨਾਂ ਨੂੰ ਨਿੱਕੀ ਫਤਿਹ ਜੀ। ਭੈਣ ਜੀ, ਆਪਾਂ ਥੋੜੀ ਜੀ ਗੱਲ ਵਿਚਾਰ ਵਿਮਰਸ਼ ਕਰੀਏ ਤਾਂ ਮੈਨੂੰ ਕਈ ਗੱਲਾਂ ਯਾਦ ਆਉਂਦੀਆਂ ਵੀ ਆਪਣੇ ਬਜ਼ੁਰਗਾਂ ਨੇ ਵੀ, ਤੁਸੀਂ ਵੀ ਤੇ ਮੈਂ ਵੀ ਤੇ ਸ਼ਾਇਦ ਬੱਚਿਆਂ ਨੇ ਵੀ ਕਈ ਕਹਾਣੀਆਂ ਜਿਹੜੀਆਂ ਲਗਾਤਾਰ ਸੁਣਦੇ ਆ ਰਹੇ ਆ, ਉਹੀ ਨੇ ਸਕੂਲਾਂ ਦਾ, ਬੱਚਿਆਂ ਦੀ ਸਰਕਾਰੀ ਸਕੂਲਾਂ 'ਚ ਖਾਸ ਕਰਕੇ ਪੜ੍ਹਾਉਣ ਦਾ ਤਰੀਕਾ ਉਹੀ ਹੈ। ਪ੍ਰਾਇਮਰੀ ਤੱਕ ਜਾਂ 10ਵੀਂ ਤੱਕ ਲੈ ਲਈਏ, ਥੋੜ੍ਹਾ ਮੋਟਾ ਬਦਲਾਅ ਆ ਗਿਆ ਹੁਣ, ਪਰ ਕੁੱਲ ਮਿਲਾ ਕੇ ਮੈਨੂੰ ਕੋਈ ਬਹੁਤਾ ਸਿਲੇਬਸ ਚੇਂਜ ਨਜ਼ਰ ਨਹੀਂ ਆ ਰਿਹਾ ਸਮੇਂ ਦੇ ਅਨੁਸਾਰ। ਹਾਂ, ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਬੜੇ ਸਮਾਰਟ ਸਕੂਲ ਨੇ ਜਾਂ ਹੋਰ ਨੇ, ਉਹਨਾਂ ਦੀ ਗੱਲ ਵੱਖਰੀ ਹੈ, ਪਰ ਭਾਰਤ ਦਾ 90% ਤਾਂ ਹਜੇ ਵੀ ਸਰਕਾਰੀ ਸਕੂਲਾਂ 'ਚ ਪੜ੍ਹਦਾ। ਕੀ ਕਹੋਗੇ? ਮੌਜੂਦਾ ਸਿਸਟਮ ਬਦਲਣਾ ਚਾਹੀਦਾ ਬੱਚਿਆਂ ਦੀ ਪੜ੍ਹਾਈ ਦਾ, ਨਹੀਂ ਬਦਲਣਾ ਚਾਹੀਦਾ, ਕੀ ਹੈ ਸਰ? ਦੇਖੋ ਭਾਜੀ, ਆਪਾਂ 2-3 ਚੀਜ਼ਾਂ ਜੇ ਤੱਕੀਏ ਤਾਂ ਆਪਣੇ APJ ਅਬਦੁਲ ਕਲਾਮ ਜੀ ਜਿਸ ਹਾਲ ਵਿੱਚੋਂ ਲੰਘੇ ਸਨ, ਤੱਪੜਾਂ ਵਾਲੇ ਸਕੂਲ ਤੋਂ, ਜਿਨ੍ਹਾਂ ਨੂੰ ਆਪਾਂ ਬਹੁਤ ਨਕਾਰਾ ਗਿਣ ਕੇ ਆਪਣੇ ਬੱਚੇ ਅਸੀਂ ਬੜੇ ਵੱਡੇ ਪ੍ਰਾਈਵੇਟ ਸਕੂਲਾਂ ਵਿੱਚ ਭੇਜ ਰਹੇ ਹਾਂ, ਜਿਨ੍ਹਾਂ ਚੋਂ ਧਿਆਨ ਕਰੀਏ ਕਿੰਨੇ ਕੁ ਸਾਨੂੰ ਨੋਬਲ ਲੌਰੀਏਟ ਮਿਲ ਰਹੇ ਨੇ ਜਾਂ ਕਿੰਨੇ ਕੁ ਵਿਸ਼ਵ ਪੱਧਰੀ ਸਾਇੰਸਦਾਨ ਮਿਲ ਰਹੇ ਨੇ, ਕਿੰਨੇ ਕੁ ਖੋਜੀ ਕੱਢ ਸਕੇ ਹਾਂ, ਕਿੰਨੇ ਕੁ ਅਸੀਂ ਇਹ ਪ੍ਰਾਈਵੇਟ ਸਕੂਲਾਂ ਦੇ ਵਿੱਚੋਂ ਨਾਮਵਰ ਜੇ ਕਹਿ ਸਕੀਏ ਤੇ ਅਸੀਂ ਕੋਈ ਫੋਟੋਗ੍ਰਾਫਰ ਜਾਂ ਇਦਾਂ ਦੇ ਕੋਈ ਵੀ ਕੱਢ ਸਕੇ ਹੋਈਏ। ਜਿੰਨੇ ਵੀ ਵਿਸ਼ਵ ਪੱਧਰ ਤੇ ਜਿਨ੍ਹਾਂ ਨੇ ਨਾਮਣਾ ਖਟਿਆ, ਉਹ ਭਾਵੇਂ ਸਚਿਨ ਹੋਵੇ, ਤੇਂਦੁਲਕਰ ਜੀ, ਜਿਨ੍ਹਾਂ ਨੇ ਸਾਨੂੰ ਪਤਾ ਹੀ ਹੈ 10ਵੀਂ ਫੇਲ ਹੋਣ ਦੇ ਬਾਵਜੂਦ ਜਿੱਥੇ ਗਏ, ਜਾਂ ਥਾਮਸ ਐਡੀਸਨ। ਮੈਂ ਸਿਰਫ ਹਿੰਦੁਸਤਾਨ ਦੀ ਗੱਲ ਨਹੀਂ ਕਰ ਰਹੀ, ਜੇ ਆਪਾਂ ਵਿਦਿਆ ਦੀ ਹੀ ਗੱਲ ਕਰ ਰਹੇ ਹਾਂ ਤਾਂ ਉਸਨੂੰ ਵਿਦਿਆ ਦੇਣ ਵਾਲੀ ਉਹਦੀ ਮਾਂ ਸੀ, ਜਿਸਨੂੰ ਕਿ ਇੱਕ ਬਿਮਾਰ ਡਿਸਲੈਕਸਿਕ ਮਾਨਸਿਕ ਰੋਗੀ ਗਿਣ ਕੇ ਜਿਹਨੂੰ ਸਕੂਲੋਂ ਕੱਢ ਦਿੱਤਾ ਗਿਆ ਸੀ। ਉਸੇ ਸਦਕਾ ਅੱਜ ਅਸੀਂ ਰੌਸ਼ਨੀਆਂ ਦੇ ਅਸੀਂ ਦਰਸ਼ਨ ਕਰ ਰਹੇ ਹਾਂ। ਇਹ ਸਾਰਾ ਕੁਛ ਯਾਨੀ ਇੱਕ ਚੀਜ਼ ਤਾਂ ਦਰਸਾਉਂਦਾ ਜੇ ਕਿ ਅਸੀਂ ਉੱਥੇ ਸਕੂਲਾਂ ਵਿੱਚ ਸਿਰਫ ਇੱਕ ਰੱਟੂ ਤੋਤੇ ਬਣਾ ਰਹੇ ਹਾਂ। ਕਿਤਾਬਾਂ 'ਚ ਜੋ ਕੁਛ ਲਿਖਿਆ ਉਹ ਰੱਟ ਲਓ, ਉੱਥੋਂ ਬਾਹਰ ਆ ਜਾਓ। ਅੱਗੇ ਪੁਰਾਣੇ ਸਮਿਆਂ 'ਚ ਜਿਵੇਂ ਤੁਸੀਂ ਗੱਲ ਕਰਦੇ ਹੋ, ਸਾਡੇ ਦਾਦੇ ਨਾਨੇ, ਦਾਦੀਆਂ ਨਾਨੀਆਂ ਜਾਂ ਮਾਵਾਂ ਕੋਲ ਸਮਾਂ ਹੋਇਆ ਕਰਦਾ ਸੀ, ਜਿਹੜੇ ਸਾਨੂੰ ਪਿਛੋਕੜ ਨਾਲ ਜੋੜਦੇ ਸਨ, ਜਾਂ ਉਹ ਕਹਾਣੀਆਂ ਜਿਹੜੀਆਂ ਸਾਨੂੰ ਜ਼ਿੰਦਗੀ ਤਬਦੀਲ ਕਰਨ ਵੱਲ ਲੈ ਜਾਂਦੀਆਂ ਸੀ। ਕੁਝ ਸਾਨੂੰ ਯਾਨੀ ਮਨ ਵਿੱਚ ਤਾਕਤ ਭਰਦੀਆਂ ਸਨ, ਕੁਝ ਸਾਨੂੰ ਔਖੇ ਸਮੇਂ ਜਰ ਜਾਣ ਦੇ ਢੰਗ ਸਿਖਾਉਂਦੀਆਂ ਸਨ, ਇੱਕ ਸਾਂਝ ਗੰਢਦੀਆਂ ਸਨ, ਜਿਸ ਨਾਲ ਸਾਡੀ ਜ਼ਬਾਨ ਦੀ ਪਕਿਆਈ ਵੀ ਸੀ, ਸਾਡਾ ਸੱਭਿਆਚਾਰ ਵੀ ਬਚਿਆ ਹੋਇਆ ਸੀ। ਇਹ ਸਾਰੀਆਂ ਚੀਜ਼ਾਂ ਤੋਂ ਪਰਾਂ ਹੋ ਕੇ ਸਾਡੇ ਹੁਣ ਇਸ ਵੇਲੇ ਦੇ ਬੱਚੇ ਜੇ ਕਿਤਾਬ ਤੋਂ ਬਾਹਰ ਇੱਕ ਹਰਫ ਵੀ ਹੋਰ ਲਿਖ ਜਾਣ ਆਪਣੀ ਸਮਝ ਦੇ ਅਨੁਸਾਰ, ਜਾਂ ਜਿੰਨਾ ਕੁ ਉਹਨਾਂ ਦੀ ਕ੍ਰੀਏਟੀਵਿਟੀ ਹੋਏਗੀ, ਉਹ ਬੱਚਾ ਸਗੋਂ ਘੱਟ ਨੰਬਰਾਂ ਨਾਲ ਜਾਂਦਾ ਜੇ। ਤੇ ਇਹ ਵੀ ਧਿਆਨ ਕਰੋ ਕਿ ਜਦੋਂ ਹੁਣ ਬੱਚੇ ਜਾਂਦੇ ਨੇ, ਜਾਂ ਤੁਸੀਂ ਵੀ ਦੇਖਦੇ ਹੋਵੋਗੇ, ਤਾਂ ਸਿਰਫ ਇੱਕੋ ਹੀ ਚੀਜ਼ ਪੇਰੈਂਟ ਟੀਚਰ ਮੀਟ ਤੇ ਹੁੰਦੀ ਹੈ, ਪਹਿਲਾ ਨੰਬਰ ਜੀ 90% ਤੋਂ ਵੱਧ, 95 ਤੋਂ ਵੱਧ। ਇਸ ਤੋਂ ਉਤਾਂਹ ਸੱਜੇ ਜਾਂ ਖੱਬੇ ਕਦੇ ਵੀ ਗੱਲ ਨਹੀਂ ਕੀਤੀ ਜਾਂਦੀ। ਜੇ ਕੋਈ ਉਸ ਤੋਂ ਘੱਟ ਆ ਰਿਹਾ ਤਾਂ 90% ਵਾਲੇ ਨੂੰ ਵੀ ਜ਼ਬਰਦਸਤੀ ਭਾਈ ਹੁਣ ਟਿਊਸ਼ਨਾਂ ਲਾ, ਕਿਉਂਕਿ ਇੰਨੇ ਇੱਕ ਹੈ ਕਿ ਸਿਰਫ ਨੰਬਰ, ਉਹ ਰੱਟੀ ਕਿੰਨਾ ਕੁ ਤਗੜਾ ਰੱਟਾ ਲਾ ਸਕਦੇ ਹੋ ਤੇ ਤੁਸੀਂ ਨਿਕਲਣਾ ਜੇ। ਹੁਣ ਇਸ ਤੋਂ ਅੱਗੇ ਅਸੀਂ ਜਦੋਂ ਇਹ ਬੱਚੇ ਤਿਆਰ ਕਰਦੇ ਹਾਂ, ਇਹਨਾਂ ਨੂੰ ਇੱਕੋ ਹੀ ਸੇਧ ਦਿੱਤੀ ਗਈ ਹੁੰਦੀ ਜੇ ਕਿ ਤੁਸੀਂ ਕੁਛ ਨਾ ਕੁਛ ਬਣੀ ਬਣਾਈ ਖਿਚੜੀ ਦੇ ਰਾਹੀਂ ਹੀ ਹਾਸਲ ਕਰਨਾ। ਮਿਸਾਲ ਵਜੋਂ ਆਪਾਂ ਨੂੰ ਪਤਾ ਹੈ ਕਿ ਸਾਡੇ ਕੋਲ ਸਕੂਲਾਂ ਦੇ ਵਿੱਚ ਬਹੁਤ ਸਾਰੇ ਕਈ ਵਾਰ ਦਿੰਦੇ ਨੇ ਤਿਆਰ ਕਰਨ ਲਈ ਜੋ ਪ੍ਰੋਜੈਕਟਸ। ਹੁਣ ਉਹ ਪ੍ਰੋਜੈਕਟਸ ਮੇਰਾ ਖਿਆਲ ਸਾਰਿਆਂ ਮਾਵਾਂ ਤੇ ਪਿਓਾਂ ਨੂੰ ਪਤਾ ਜੇ ਕਿ ਉਹ 500 ਰੁਪਏ ਤੇ ਇੱਕ ਦੁਕਾਨ ਦੀ ਕਮਾਈ ਹੁੰਦੀ ਜੇ, ਸਿਰਫ ਉੱਥੋਂ ਹੀ ਕਰੀ ਜਾਂਦੇ ਨੇ, ਉੱਥੇ ਹੀ ਬਣਵਾਈ ਜਾਂਦੇ ਆਪਾਂ ਸਾਰਾ। ਸੋ ਉਹ ਪ੍ਰੋਜੈਕਟ ਵਿੱਚ ਬੱਚੇ ਦੀ ਕ੍ਰੀਏਟੀਵਿਟੀ ਕਿੱਥੇ ਆ? ਯਾਨੀ ਅਸੀਂ ਉਹ ਸਿਰਫ ਤੇ ਸਿਰਫ ਉਹਨੂੰ ਨਕਲਚੀ ਬਣਾਉਣ ਲਈ ਕਿ ਤੈਨੂੰ ਪ੍ਰੀ ਪ੍ਰੀਪੇਅਰਡ ਚੀਜ਼ਾਂ ਮਿਲਣਗੀਆਂ, ਤੁਸੀਂ ਉਹੀ ਲੈਣੀਆਂ। ਨੋਟਸ ਹਾਲਤ ਇਹ ਆ ਚੁੱਕੀ ਹੈ ਸਾਡੇ ਕਿ ਮੈਡੀਕਲ ਕਾਲਜਿਸ ਦੇ ਵਿੱਚ ਵੀ, ਜਿੱਥੇ ਤੁਸੀਂ ਕਿਸੇ ਦੀ ਜਾਨ ਅੱਗੋਂ ਨਾਲ ਜਿੱਥੇ ਜੁੜੀ ਹੋਈ ਜੇ,
ਉੱਥੇ ਵੀ ਸਾਡਾ ਬਿਲਕੁਲ ਇਨ ਬਿਨ ਇਹੋ ਹਾਲ, ਸ਼ਰਮਿੰਦਗੀ ਆਉਂਦੀ ਜੇ ਜਦੋਂ ਸਟੂਡੈਂਟਸ ਨੂੰ ਅਸੀਂ ਦੇਖਦੇ ਹਾਂ ਕਿ ਉਹ ਨੋਟਸ ਤੋਂ ਰੱਟੇ ਲਾ ਕੇ ਆ ਰਹੇ ਨੇ। ਇਹ ਸਾਡਾ ਐਜੂਕੇਸ਼ਨ ਸਿਸਟਮ ਦਾ ਨਿਗਾਰ ਜੇ ਕਿ ਸਿਰਫ ਸਕੂਲਾਂ ਵਿੱਚ ਨਹੀਂ ਬਲਕਿ ਉੱਪਰ ਤੱਕ ਜਿਹੜੀ ਅਸੀਂ ਪੋਸਟ ਗ੍ਰੈਜੂਏਟ ਨੌਲੇਜ ਤੱਕ ਵੀ ਦੇ ਰਹੇ ਹਾਂ, ਐਡਵਾਂਸਡ ਨੌਲੇਜ, ਉਹ ਵੀ ਸਿਰਫ ਤੇ ਸਿਰਫ ਨੋਟਸ ਤੱਕ ਸੀਮਤ ਹੋ ਗਈ, ਪ੍ਰੀ ਪ੍ਰਿਪੇਅਰਡ, ਜਾਂ ਪੂਰਾ ਵੀ ਨਾ ਕਿਤੇ ਅਸੀਂ ਪੜ੍ਹਨਾ ਪੈ ਜਾਵੇ ਚੈਪਟਰ, ਉਹਦੇ ਵਿੱਚੋਂ ਵੀ ਅਸੀਂ ਆ ਸਿਲੈਕਟਿਵ 6 ਚੀਜ਼ਾਂ ਪੜ੍ਹ ਲਈਏ ਤਾਂ ਮੈਨੂੰ ਇਹ ਦੱਸ ਦਿਓ ਕੱਲ ਨੂੰ ਕੋਈ ਮਰੀਜ਼ ਜਿਹੜਾ ਉਹ ਪੈਰਾ ਨਹੀਂ ਪੜਿਆ ਹੋਇਆ ਉਹਦੇ ਵਿੱਚੋਂ ਦੀ ਜੇ ਕੋਈ ਆ ਜਾਂਦਾ ਹੈ ਤਾਂ ਕੀ ਕੱਢਣਾ ਚਾਹਾਂਗੇ ਅਸੀਂ ਉਹਦੇ ਚੋਂ। ਬਿਲਕੁਲ ਇੰਝ ਹੀ ਫੁੱਲ ਬਣਾਉਣ ਦੇ ਨਵੇਂ ਢੰਗ ਵਿੱਚੋਂ ਜਿਸ ਬੰਦੇ ਇੰਜੀਨੀਅਰ ਨੇ ਨੋਟਸ ਵਿੱਚੋਂ ਪੜ੍ਹ ਕੇ ਗਿਆ ਹੋਇਆ ਉਹ ਕਿਸ ਤਰੀਕੇ ਉਹਦੀਆਂ ਤਰੇੜਾਂ ਰੋਕ ਸਕੇਗਾ, ਜਾਂ ਕੋਈ ਨਵੇਂ ਢੰਗ ਜਾਂ ਤਰੀਕੇ ਜਾਂ ਜੋ ਵੀ ਵਿਕਸਿਤ ਹੁੰਦੇ ਨੇ ਉਹਨਾਂ ਤੋਂ ਅਣਜਾਣ ਅਸੀਂ ਇਹ ਬੱਚਿਆਂ ਨੂੰ ਸਿਰਫ ਇੱਕ ਪ੍ਰੀਪੇਅਰਡ ਨੋਟਸ ਤੱਕ ਸੀਮਤ ਕਰ ਦਿੱਤਾ ਜੀ। ਹੁਣ ਇਹ ਐਜੂਕੇਸ਼ਨ ਸਿਸਟਮ ਇੱਕ ਤਰੀਕੇ ਸਾਡੇ ਜ਼ਿੰਦਗੀ ਵਿੱਚ ਸਿਰਫ ਤੇ ਸਿਰਫ ਇੱਕ ਵਧੀਆ ਯਾਨੀ ਜ਼ਿੰਦਗੀ ਜੀਣ ਦਾ ਢੰਗ, ਕਿਵੇਂ ਪੈਸੇ ਸੌਖੇ ਕਮਾਉਣੇ ਨੇ, ਕਿਸ ਤਰੀਕੇ ਤੁਸੀਂ ਆਪਣੇ ਆਪ ਨੂੰ ਉਚੇਰਾ ਚੁੱਕਣ ਲਈ ਤੁਹਾਡਾ ਰੁਤਬਾ ਤਗੜਾ ਹੋਣਾ ਚਾਹੀਦਾ, ਤੁਹਾਡੇ ਕੋਲ ਕਾਰ ਵਧੀਆ ਹੋਣੀ ਚਾਹੀਦੀ ਹੈ ਤੇ ਉਹ ਵੀ ਛੇਤੀ ਹੋਣੀ ਚਾਹੀਦੀ ਹੈ। ਨਤੀਜਾ ਸਾਡੇ ਸਾਹਮਣੇ ਹੈ। ਇੱਕ ਪਾਸੇ ਅਸੀਂ ਕਿਸੇ ਵੀ ਗਲਤ ਢੰਗ ਨਾਲ ਬੱਚਾ ਛੇਤੀ ਤੋਂ ਛੇਤੀ ਕਮਾਈ ਵੱਲ ਨੂੰ ਤੁਰਿਆ, ਉਹ ਭਾਵੇਂ ਖੇਤ ਇੱਥੋਂ ਦਾ ਵੇਚ ਕੇ ਜਾ ਕੇ ਮਜ਼ਦੂਰੀ ਹੀ ਕਿਉਂ ਨਾ ਕਰਨੀ ਪਵੇ, ਪਰ ਉਹਦਾ ਉਹ ਸੁਪਨਾ ਕਿ ਮੈਂ ਦਰਖਤਾਂ ਤੋਂ ਡਾਲਰ ਲਾਣੇ ਨੇ, ਮੈਂ ਉੱਡਣਾ, ਇਹ ਚੀਜ਼ ਅਸੀਂ ਇਨਗ੍ਰੇਨ ਕਰਤੀ ਬੱਚਿਆਂ 'ਚ ਜੀ। ਦੂਜੇ ਪਾਸੇ ਜਿਨ੍ਹਾਂ ਨੂੰ ਲੱਗਦਾ ਕਿ ਉਹ ਸਾਡੇ ਕੋਲ ਢੰਗ ਨਹੀਂ ਬਚਿਆ, ਉਹਨਾਂ ਨੂੰ ਦਿਸਦਾ ਵੀ ਹੋਰ ਕੁਝ ਨਹੀਂ ਤਾਂ ਚਲੋ ਭਾਈ ਗੈਂਗਸਟਰਸ ਦੇ ਨਾਲ ਹੀ ਜੁੜ ਜਾਈਏ, ਕਿਤੋਂ ਪੈਸੇ ਆਉਣਗੇ, ਸਾਡਾ ਨਾਮ ਹੋਊਗਾ, ਅਸੀਂ ਫਿਰ ਵਧੀਆ ਜ਼ਿੰਦਗੀ ਜੀ ਸਕਾਂਗੇ, ਅਸੀਂ ਉਸ ਤਰੀਕੇ ਤੁਰ ਪੈਂਦੇ। ਹੁਣ ਇਹ ਸਾਰਾ ਜੋ ਅਸੀਂ ਦੇਖ ਰਹੇ ਹਾਂ ਰੁਝਾਨ ਜੀ, ਇਹ ਸਾਰਾ ਅਸਲ ਵਰਤਾਰਾ ਤਾਂ ਸਾਡਾ ਪਹਿਲਾਂ ਘਰੋਂ ਮਾਪਿਆਂ ਵੱਲੋਂ ਤੇ ਭਾਈ ਉਹਨਾਂ ਨੂੰ ਦਿਖਦਾ ਹੈ ਕਿ ਅਸੀਂ ਕਿਸ ਤਰੀਕੇ ਅਗਾਂਹ ਗਲਤ ਸ਼ਲਤ ਤਰੀਕੇ ਜਿਵੇਂ ਮਰਜ਼ੀ ਅਸੀਂ ਕਾਨੂੰਨ ਤੋੜੇ, ਤੇ ਫਿਰ ਸਾਡੇ ਪਿਓ ਨੇ ਫੋਨ ਕਰਾਇਆ MLA ਨੂੰ, ਉਹ ਸਭ ਤੋਂ ਅੱਗੇ ਹੋ ਕੇ ਫਿਰ ਉਹਨੇ ਡਾਂਟਿਆ। ਇਹਦਾ ਮਤਲਬ ਹੈ ਕਿ ਸਾਨੂੰ ਇੱਕ ਚੀਜ਼ ਤਾਂ ਸਕੂਲਾਂ ਵਿੱਚ ਬੱਚਿਆਂ ਨੂੰ ਕਲੀਅਰ ਕਰ ਦਿੰਦੇ ਆ ਕਿ ਨਾ ਪੁਲਿਸ ਵਾਲਾ, ਨਾ ਕੋਈ ਡਾਕਟਰ, ਨਾ ਕੋਈ ਸਾਇੰਸਦਾਨ, ਨਾ ਕੋਈ ਖੋਜੀ, ਇਹ ਕੁਝ ਵੀ ਨਹੀਂ ਹਨ, ਸੈਕੰਡਰੀ ਹਨ। ਸਭ ਤੋਂ ਉੱਪਰ ਜੇ ਇੱਕ MLA ਨਾਲ ਵਾਕਫੀ, ਤੇ ਉਹ ਵਾਕਫੀ ਕਿਸੇ ਵੀ ਹੱਦ ਤੱਕ ਗਲਤ ਤਰੀਕੇ ਨਾਲ ਜੋ ਵੀ ਕੁਛ ਅਸੀਂ ਕਰਨਾ ਹੋਏਗਾ, ਸਾਡਾ ਹਰ ਗਲਤ ਢੰਗ ਉਹ ਕਲੀਅਰ ਕਰਵਾ ਦੇਗਾ। ਬਸ ਉਹੀ ਸਾਨੂੰ ਇੱਕ ਏਮ ਬਣ ਗਿਆ ਤੇ ਉਹਦੇ ਵਿੱਚ ਸਾਡੇ ਬੱਚੇ ਬਹੁਤ ਖੁਸ਼ੀ ਨਾਲ ਦੱਸਣ ਅਸੀਂ ਲਾਲ ਬੱਤੀ ਟੱਪੀ, ਮੇਰੇ ਡੈਡੀ ਨੇ ਫੋਨ ਕੀਤਾ, ਸਾਨੂੰ ਕਿਸੇ ਨੇ ਕੁਝ ਨਹੀਂ ਕਿਹਾ, ਕਿ ਇਹ ਬੱਚਾ ਅੱਗੋਂ ਜਾ ਕੇ ਕਿਸੇ ਕਿਸਮ ਦਾ ਕੋਈ ਵਿਕਾਸ ਕਰ ਸਕੇਗਾ ਜੀ, ਜਾਂ ਕੋਈ ਕਿਸੇ ਵੀ ਮੁਲਕ ਵਿੱਚ ਰਹਿ ਕੇ ਉਸ ਮੁਲਕ ਲਈ ਕੋਈ ਇੱਕ ਚੰਗਾ ਨਾਗਰਿਕ ਬਣ ਜਾਏਗਾ। ਇਹ ਵੀ ਇੱਕ ਸਵਾਲ ਖੜਾ ਹੁੰਦਾ। ਹੁਣ ਇਹਨਾਂ ਵਿੱਚੋਂ ਅਸੀਂ ਜਿਸ ਤਰੀਕੇ ਦੀ ਇੱਕ ਹੋਰ ਜਿਹੜਾ ਸਾਡਾ ਸੋਸ਼ਲ ਮੀਡੀਆ ਸਾਨੂੰ ਜਿਸ ਪਾਸੇ ਬੱਚਿਆਂ ਨੂੰ ਲਿਜਾ ਰਿਹਾ, ਕਿਉਂਕਿ ਜੋ ਖੇਡਾਂ ਦੀ ਸਾਂਝ ਹੁੰਦੀ ਸੀ ਉਹ ਅਸੀਂ ਮੁਕਾ ਛੱਡੀ ਜੀ, ਜਿਸ ਚ ਬੱਚਿਆਂ ਨੇ ਇੱਕ ਦੂਜੇ ਨਾਲ ਰਚਨਾ, ਇੱਕ ਦੂਜੇ ਦੀ ਤਕਲੀਫ ਸੁਣਨੀ, ਉਹ ਸਾਂਝਾਂ ਵੀਰੇ ਤੁਸੀਂ ਅੱਜ ਵੀ ਯਾਦ ਕਰੋ ਬਚਪਨ ਦੀਆਂ, ਉਹ ਆਪਣਾ ਸਾਥ ਭੁੱਲਦਾ ਨਹੀਂ, ਬਹੁਤ ਨਿੱਘਾ ਪਿਆਰਾ ਕੇ ਲੜਾਈ ਕਰਨੀ, ਇਕੱਠੇ ਹੋ ਜਾਣਾ, ਉਹ ਦੋਸਤੀਆਂ ਜਿਹੜੇ ਵੀ ਕੋਈ 100 ਵਰਿਆਂ ਤੱਕ ਵੀ ਯਾਦ ਰੱਖਦੇ ਨੇ ਕਿ ਸਾਡੀਆਂ ਜੀ ਉਹ ਬਚਪਨ ਦੀਆਂ ਖੇਡਾਂ, ਕਿਸੇ ਦੇ ਸਾਈਕਲ ਦੇ ਪਿੱਛੇ ਬਹਿਣਾ, ਉਹ ਸਾਰੀਆਂ ਚੀਜ਼ਾਂ ਬੰਟੇ ਖੇਡਣ ਤੋਂ ਲੈ ਕੇ ਇੱਕ ਚੀਜ਼ ਉਹ ਯਾਦ ਜੀ। ਅੱਜ ਦੇ ਬੱਚਿਆਂ ਲਈ ਯਾਦਾਂ ਕੀ ਨੇ ਕਿ ਮੈਂ ਇੱਕ ਗੇਮ ਖੇਡੀ ਜਿਸ ਵਿੱਚ ਮੈਂ 300 ਦੁਸ਼ਮਣਾਂ ਨੂੰ ਤਬਾਹ ਕਰਤਾ, ਉਹਨਾਂ ਦੇ ਚੀਥੜੇ ਉਡਾ ਤੇ ਉਹਨਾਂ ਨੂੰ ਮਾਰਤਾ ਜੀ। ਇਹ ਕੀ ਯਾਦਾਂ ਨੇ? ਜਾਂ ਅਸੀਂ ਉਹਨਾਂ ਦੀ ਮਾਨਸਿਕ ਜੋ ਉਹਨਾਂ ਨੂੰ ਰੋਗੀ ਕਰ ਰਹੇ ਹਾਂ, ਜਿਸ ਵਿੱਚ ਉਹਨਾਂ ਦੀ ਨਾਰਮਲ ਬਣਤਰ ਵਿੱਚ ਕਿਸੇ ਦੂਜੇ ਪ੍ਰਤੀ ਰਹਿਮ ਦੀ ਭਾਵਨਾ ਖਤਮ ਕਰਕੇ ਇੱਕ ਜੋ ਤੁਸੀਂ ਦੇਖ ਵੀ ਰਹੇ ਹੋ ਰੋਡ ਰੇਸ 'ਚ ਸ਼ਾਮਲ ਹੋ ਰਹੇ ਨੇ ਕਿ ਹਰ ਵੇਲੇ ਕਾਲਾਪਣ, ਹਰ ਵੇਲੇ ਖਿੱਝ, ਦੂਸਰਾ ਅੱਗੇ ਕਿਵੇਂ ਲੰਘ ਗਿਆ, ਮੈਂ ਅੱਗੇ ਲੰਘਣਾ, ਉਹਨੂੰ ਭਾਵੇਂ ਕਤਲ ਕਰ ਦਿਆਂ, ਜਾਂ ਮੈਂ ਇੱਕ ਇਹ ਚੀਜ਼ ਸੋਚੀ ਉਹਨੇ ਕਿਵੇਂ ਮੈਨੂੰ ਕੁੜੀ ਨੇ ਹਾਂ ਨਹੀਂ ਕੀਤੀ, ਤੇਜ਼ਾਬ ਸੁੱਟ ਦਿਆਂਗਾ। ਇਹ ਸਾਰੀ ਬਣਤਰ ਦੇ ਵਿੱਚ ਖਰਾਬੀ ਤਾਂ ਜੇ ਕਿਉਂਕਿ ਅਸੀਂ ਬੱਚੇ ਨੂੰ ਕਦੇ ਸਹਿਜ ਹੋਣਾ ਤਾਂ ਸਿਖਾਉਂਦੇ ਨਹੀਂ, ਬਿਲਕੁਲ ਕਦੇ ਹਾਰ ਜਾਣਾ ਜ਼ਿੰਦਗੀ ਵਿੱਚ
ਅਸੀਂ ਦੱਸਦੇ ਹੀ ਨਹੀਂ। ਤੇ ਹਰ ਸਾਲ ਕਿਉਂ 3.5% ਭਾਈ ਖੁਦਕੁਸ਼ੀਆਂ 'ਚ ਵਾਧਾ ਹੋ ਰਿਹਾ ਨੌਜਵਾਨ ਬੱਚਿਆਂ 'ਚ? ਕਸੂਰਵਾਰ ਕੌਣ? ਅਸੀਂ। ਸਮਾਜ ਦਾ ਕੀ ਮਤਲਬ ਹੋਇਆ ਕਿ ਸਮਾਜ ਕਸੂਰਵਾਰ? ਅਸੀਂ ਸੀ ਪਹਿਲਾਂ ਜ਼ਿੰਮੇਵਾਰ। ਜਦੋਂ ਬੱਚੇ ਨੂੰ ਕਿਹਾ ਕਿ ਤੇਰੀ ਜਾਂ ਤਾਂ ਫਸਟ ਆ ਜਾਂ ਤੂੰ ਫਿਰ ਛੋਲੇ ਭਟੂਰਿਆਂ ਦੀ ਰੇਹੜੀ ਲਾ ਲੈ, ਇਹ ਕੌਣ ਨੇ ਇਹ ਕਹਿਣ ਵਾਲੇ? ਪਹਿਲਾਂ ਤਾਂ ਮਾਪੇ ਜ਼ਿੰਮੇਵਾਰ ਨੇ, ਫਿਰ ਅੱਗੋਂ ਸਕੂਲ ਦੇ ਟੀਚਰ, ਜਿਨ੍ਹਾਂ ਨੂੰ ਤਨਖਾਹ ਸਿਰਫ ਇਹ ਕਹਿ ਕੇ ਦਿੱਤੀ ਜਾਂਦੀ ਭਾਈ ਜੇ 90% ਤੋਂ ਉੱਪਰ ਨੰਬਰ ਨੇ ਤਾਂ ਤੁਹਾਨੂੰ ਰੱਖਣਾ ਨਹੀਂ, ਤੈਨੂੰ ਬਾਹਰ ਕੱਢ ਦੇਣਾ। ਇਹ ਸਾਰਾ ਸਿਸਟਮ ਜਿਸ ਵਿੱਚ ਅਸੀਂ ਵਿਗਾੜ ਪਾ ਦਿੱਤਾ, ਜਿਸ ਵਿੱਚ ਤੁਸੀਂ ਅੰਦਾਜ਼ਾ ਲਾਓ ਕਿ ਇੱਕ ਫਰਾਂਸ ਦੇ ਸਕੂਲ ਵਿੱਚ ਜਿੱਥੇ ਮੈਂ ਗਈ ਸਾਂ, ਮੈਂ ਉਹ ਬੱਚਿਆਂ ਦੀ ਮੈਂ ਹੈਰਾਨ ਸਾਂ ਸੁਣ ਕੇ ਉਹਨਾਂ ਦਾ ਕਿ ਇਹ ਟੀਚਰ ਉਹਨਾਂ ਨੂੰ ਬਾਹਰ ਲਿਜਾਂਦੇ ਨੇ ਜੀ, ਦਿਖਾਉਂਦੇ ਨੇ, ਦੇਖੋ ਇਹ ਨਿੱਕੇ ਜਿਹੀਆਂ ਸੁੰਡੀਆਂ, ਇਹ ਕੀੜੇ ਕਿਵੇਂ ਤੁਰ ਰਹੇ ਨੇ, ਇਹਨਾਂ ਦਾ ਹੱਕ ਹੈ। ਬਿਲਕੁਲ, ਇਹ ਇਹਨਾਂ ਦਾ ਹੱਕ ਹੈ। ਉਹ ਬੱਚੇ ਕਿਸ ਤਰੀਕੇ ਉਹਨਾਂ ਨਾਲ ਜੁੜਦੇ ਨੇ ਕਿ ਹਾਂਜੀ ਇਹਨਾਂ ਨੂੰ ਵੀ ਮਾਰਨਾ ਨਹੀਂ, ਤੇ ਇੱਥੇ ਜੇ ਗੰਦਗੀ ਪਈ ਹੈ ਆ ਦੇਖੋ ਇਹ ਕੀੜਾ ਮਰ ਸਕਦਾ ਹੈ, ਤਾਂ ਉਹ ਬੱਚਾ ਨਿੱਕੇ ਤੋਂ ਨਿੱਕਾ ਜਿਹੜਾ ਗੰਦਗੀ ਆ ਉਹ ਚੁੱਕ ਕੇ ਤੇ ਆਪਣੇ ਉਹਨੂੰ ਪਰੇ ਡਸਟਬਿਨ 'ਚ ਸੁੱਟਣ ਜਾਏਗਾ ਕਿ ਨਹੀਂ ਇਹ ਨਿੱਕੇ ਕੀੜੇ ਲਈ ਜ਼ਰੂਰੀ ਹੈ, ਇੱਥੇ ਸਫਾਈ ਹੋਣੀ ਚਾਹੀਦੀ ਹੈ। ਤੇ ਵੀਰ ਮੈਨੂੰ ਸੱਚਮੁੱਚ ਦਿਲ ਤੇ ਹੱਥ ਰੱਖ ਕੇ ਕਹਿਓ ਕਿ ਜੇ ਅੱਜ ਕੋਈ ਸਰਕਾਰੀ ਸਕੂਲ ਦਾ ਟੀਚਰ ਕਹਿ ਦੇਵੇ ਜਾਂ ਪ੍ਰਾਈਵੇਟ ਸਕੂਲ ਦਾ ਕੋਈ ਟੀਚਰ ਕਹੇ ਵੀ ਅੱਜ ਬੱਚਿਓ ਤੁਸੀਂ ਆਪਣੇ ਆਪਣੇ ਕਲਾਸਰੂਮ ਸਾਰਿਆਂ ਨੇ ਸਾਫ਼ ਕਰਨੇ, ਫਿਰ ਸਾਡੇ ਵਰਗੇ ਪੱਤਰਕਾਰ ਪਹੁੰਚ ਜਾਣਗੇ ਜੀ ਉੱਥੇ। ਉਹ ਕਹਿਣਗੇ ਧੱਕੇ ਨਾਲ ਬੱਚਿਆਂ ਤੋਂ ਕੰਮ ਕਰਵਾ ਰਿਹਾ, ਮਜ਼ਦੂਰੀ ਕਰਵਾਈ ਜਾ ਰਹੀ ਹੈ। ਬਿਲਕੁਲ, ਬਾਲ ਮਜ਼ਦੂਰੀ ਦਾ ਨਾਮ ਲਾ ਕੇ ਦੱਸੋ ਹਫ਼ਤਾ ਭਰ ਚੱਲਣਗੀਆਂ। ਤੇ ਫਿਰ ਅੱਗੋਂ ਨਤੀਜਾ ਕੀ ਹੁੰਦਾ ਜੇ ਤੁਸੀਂ ਦੇਖੋ ਕਿ ਮੇਰੀ ਥਾਂ ਤੇ ਬੈਠ ਕੇ ਦੇਖੋ, ਮੈਂ ਬਤੌਰ ਇੱਕ ਬੱਚਿਆਂ ਦੀ ਡਾਕਟਰ ਜਦੋਂ ਇਹ ਗੱਲ ਮੈਨੂੰ ਸੁਣਨੀ ਪਵੇ ਕਿਸੇ ਮਾਂ ਜਾਂ ਪਿਓ ਕੋਲੋਂ, ਸ਼ਿਕਾਇਤ ਦਾ ਭੰਡਾਰਾ ਲੈ ਕੇ ਆਣ ਕਿ ਅੱਜ ਜੀ ਸਕੂਲ ਅੰਦਰ ਲਿਫਟ ਖਰਾਬ ਹੋਈ ਤੇ ਉਹ ਤਾਂ ਜੀ ਬੱਚਾ 2 ਵਾਰ ਪੌੜੀਆਂ ਚੜ੍ਹਨੀਆਂ ਉਤਰਨੀਆਂ ਹੱਫ ਗਿਆ, ਦੇਖੋ ਇਹਨੂੰ ਕਿਵੇਂ ਹੈਗੀ। ਹੁਣ ਇਹਦੇ ਵਿੱਚ ਕੀ ਆਖੀਏ ਕਿ ਭਾਈ ਜਦੋਂ ਤੁਸੀਂ ਚੋਟੀ ਦੇ ਖਿਡਾਰੀ ਬਣਾਉਣਾ ਤੇ ਭਾਈ ਉਹ ਪਸੀਨਾ ਇੰਜ ਨਹੀਂ ਨਿਕਲਦਾ, ਇਹ 2 ਵਾਰ ਪੌੜੀਆਂ ਚੜ੍ਹ ਕੇ ਸਾਹ ਚੜ੍ਹਨ ਲੱਗ ਗਏ ਨੇ, ਇਸ ਤਰ੍ਹਾਂ ਤਾਂ ਕੁਝ ਵੀ ਹਾਸਲ ਨਹੀਂ ਹੋਣਾ। ਉਹ ਤੇ ਤੁਹਾਨੂੰ ਜਦ ਤੱਕ ਤੁਹਾਡੇ ਪੈਰਾਂ 'ਚੋਂ ਛਾਲੇ ਰਿਸਣ ਨਹੀਂ ਨਾ ਲੱਗ ਜਾਂਦੇ ਉਦੋਂ ਤੱਕ ਤੁਸੀਂ ਸਫਲ ਖਿਡਾਰੀ ਬਣ ਹੀ ਨਹੀਂ ਸਕਦੇ। ਜੀ ਕਾਲ ਲੈ ਲਈਏ ਜੀ, ਕਾਲ ਲੈ ਲਈਏ ਜੀ ਇੱਕ। ਸਤਿ ਸ਼੍ਰੀ ਅਕਾਲ ਜੀ ਹਰਮੇਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਦਾਇਵਾਲੀ ਸਾਹਿਬ, ਤੁਹਾਨੂੰ ਤੇ ਮਹਿਮਾਨ ਮੈਡਮ ਨੂੰ ਵੀ ਬਹੁਤ ਸਤਿ ਸ਼੍ਰੀ ਅਕਾਲ, ਸਾਰੇ ਸੁਣਨ ਵਾਲਿਆਂ ਨੂੰ ਜੀ। ਮੈਂ ਇਹਨਾਂ ਦੀਆਂ ਗੱਲਾਂ ਬਹੁਤ, ਇਹਨਾਂ ਦੇ ਪ੍ਰੋਗਰਾਮ ਮਤਲਬ ਮੈਂ ਤੁਹਾਡੇ ਸਾਰੇ ਹੀ ਸੁਣਦਾ ਤੇ ਬਹੁਤ ਵਧੀਆ ਭੈਣ ਜੀ ਨੇ ਗੱਲਾਂ ਮਤਲਬ ਦੱਸਦੇ ਆ ਨਾ, ਕੋਈ ਨੇ ਸਹਿਮਤ ਹੋਣਾ ਨਹੀਂ ਹੋਣਾ ਗੱਲ ਵੱਖਰੀ ਹੈ, ਪਰ ਜਿਵੇਂ ਇਹਨਾਂ ਨੇ ਲਾਲਚ ਦੀ ਗੱਲ ਕਹੀ ਆ, ਸਾਡੇ ਮਾਂ-ਬਾਪ ਦੀ ਡੈਫੀਨੇਟਲੀ 100% ਨਹੀਂ 110% ਗਲਤੀ ਮੈਂ ਮੰਨਦਾ ਇਸ ਚੀਜ਼ ਦੇ ਵਿੱਚ ਨਾ। ਸਾਨੂੰ ਪ੍ਰੈਸ਼ ਪਹਿਲਾਂ ਤਾਂ ਸਾਨੂੰ ਹੈਗਾ ਵੀ ਅਸੀਂ ਛੇਤੀ ਡਾਲਰ ਟਰੀ ਕੋਲੇ ਚਲੇ ਜਾਈਏ, ਜਾ ਕੇ ਡਾਲਰ ਟੁੱਟਣ ਲੱਗ ਪੈਣਾ, ਫਿਰ ਅਸੀਂ ਉਹਨੂੰ ਮਤਲਬ ਇੰਨਾ ਬਰਡਨ ਹੈ। ਹੁਣ ਇੱਥੇ ਅਸੀਂ ਨਿੱਜੀ ਤੌਰ ਤੇ ਮੈਂ ਪਤਾ ਨਹੀਂ ਹਰ ਇੱਕ ਬੰਦਾ, ਤੁਸੀਂ ਵੀ ਹਰ ਇੱਕ ਬੰਦਾ ਜਿਹਦੇ ਅੰਦਰ ਜਿਗਰ ਆ ਉਹ ਜ਼ਰੂਰ ਮਹਿਸੂਸ ਕਰਦਾ ਹੋਊਗਾ, ਇੰਨੇ ਬੱਚਿਆਂ ਦੀ ਇੱਥੇ ਆ ਕੇ ਹਰ ਹਫ਼ਤੇ ਜਿਹੜੀ ਹੈਗੀ 5-7 ਬੱਚਿਆਂ ਦੀ ਡੈਥ ਹੋ ਰਹੀ ਹੈ ਇੱਥੇ, ਜਿਹੜੇ ਇਕੱਲੇ ਮਾਂ-ਬਾਪ ਦੇ ਬੱਚੇ ਆ, ਚਾਹੇ ਕੁੜੀ ਹੈ ਚਾਹੇ ਮੁੰਡਾ, 25-30 ਲੱਖ ਰੁਪਇਆ ਲਾਇਆ, ਉਸ ਤੋਂ ਬਾਅਦ ਉਹਨਾਂ ਦੀ ਉੱਥੇ ਕੋਈ ਇਹਨਾਂ ਨੂੰ ਸਮਝਾਉਣ ਬੁਝਾਉਣ ਵਾਲਾ ਵੀ ਹੈ ਨੀਗਾ। ਇੱਥੇ 3-4 ਬੱਚਿਆਂ ਨੂੰ ਕਿਹਾ, ਉਹ ਬਾਈ ਜੀ ਚੰਗੇ ਮਤਲਬ ਉਹਨਾਂ ਨੇ ਗੱਲ ਸੁਣੀ ਹੈ ਤੇ ਉਹ ਅੱਜ ਮਤਲਬ ਉਸ ਗੱਲ ਦਾ ਰਿਗਾਰਡ ਵੀ ਕਰਦੇ ਆ, ਉਹ ਚੰਗੀ ਇੱਥੇ ਪੋਸਟਾਂ ਦੇ ਆ, ਗੌਰਮੈਂਟ ਜੌਬ ਦੇ ਵਿੱਚ ਮੁੰਡੇ ਚਲੇ ਗਏ। ਇੱਕ ਮੁੰਡਾ ਪ੍ਰਾਈਵੇਟ ਇੰਜੀਨੀਅਰ ਵੀ ਆ, ਫਿਰ ਵੀ ਉਹ ਚੰਗੀ ਪੇਮੈਂਟ ਲੈ ਰਿਹਾ, ਮਤਲਬ 40-45 ਉਹਦੀ ਸਟਾਰਟਿੰਗ ਸੀ ਉਸ ਟਾਈਮ, ਅੱਜ $55 ਤੇ ਪਹੁੰਚ ਗਿਆ ਉਹ। ਪਰ ਅਸੀਂ ਟਰੱਕ, ਹੁਣ ਮੁੰਡਾ ਕੱਲ ਪਰਸੋਂ ਡੈਥ ਹੋਈ ਹੈ ਮੁੰਡੇ ਦੇ ਉੱਤੇ ਚੈਸਟਮੇਰ ਆਪਣਾ ਕੈਲਗਰੀ ਦੇ ਕੋਲੇ। ਅੱਛਾ ਜੀ। ਮਤਲਬ ਹਰ ਦਿਨ ਇਹ ਗੱਲਾਂ ਬਾਤਾਂ ਹੋ ਰਹੀਆਂ, ਇਹਨਾਂ ਚੀਜ਼ਾਂ ਤੇ ਕਿਉਂ ਨਹੀਂ ਮੈਂ ਇਹ ਚੀਜ਼ ਇਹਨਾਂ ਨੂੰ ਕਹਿ ਰਿਹਾ ਭੈਣ ਜੀ ਨੇ, ਤੁਸੀਂ ਵੀ ਆਪਣੇ ਜ਼ਰੂਰ ਲੋਕਾਂ ਨੂੰ ਥੋੜਾ ਜਿਹਾ, ਤੇ ਸਾਡੇ ਜਿਹੜੇ ਸੁਣਨ ਵਾਲੇ ਇਹ ਵੀ ਇੱਕ ਦੂਜੇ ਨੂੰ ਜ਼ਰੂਰ ਮਤਲਬ ਇਹ ਚੀਜ਼ ਨੂੰ ਮਤਲਬ ਦੱਸਣ, ਸਾਨੂੰ ਲਾਲਚ ਛੱਡ ਕੇ ਸਭ ਚੀਜ਼ਾਂ ਕਰਕੇ, ਜੇ ਪਹਿਲੀ ਗੱਲ ਤਾਂ ਤੁਸੀਂ ਉੱਥੇ ਵੀ ਕੁਛ ਕਰ ਸਕਦੇ ਹੈਗੇ ਪੜ੍ਹਾਈ ਕਰਕੇ, ਕਿਉਂ ਤੁਸੀਂ ਇੰਨਾ ਪੈਸਾ ਬਰਬਾਦ ਕਰਕੇ ਆਪਣੇ ਪਰਿਵਾਰਾਂ ਦੇ ਪਰਿਵਾਰ ਬਰਬਾਦ ਹੋ ਗਏ। ਮੈਨੂੰ ਪਤਾ ਨਹੀਂ ਕਿ ਪਿਛਲੇ ਸੈਂਕੜੇ ਬੱਚੇ ਆ ਜਿਹੜੇ ਮਾਂ-ਬਾਪਾਂ ਨੂੰ ਰੋਲਣ ਜੋਗੇ ਰਹਿ ਗਏ, ਜਿਹੜੇ ਬੱਚੇ ਮਤਲਬ ਡੈਥ ਹੋ ਗਈ ਉਹਨਾਂ ਦੀ, ਹੈ ਨਾ। ਜੀ ਧੰਨਵਾਦ ਜੀ, ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਇਹ ਵੀ ਇੱਕ ਬਹੁਤ ਵੱਡੀ ਗੱਲ ਹੈ ਵੀ ਅਸੀਂ ਆਪਦੇ ਬੱਚਿਆਂ ਦੀ ਕੋਈ ਗੱਲ ਸੁਣ ਕੇ ਵੀ ਨਹੀਂ ਰਾਜੀ। ਬਿਲਕੁਲ, ਜਿਵੇਂ ਆਪਾਂ ਜ਼ਿਕਰ ਕੀਤਾ ਸੀ, ਬਹੁਤ ਖੂਬਸੂਰਤ ਇਹਨਾਂ ਨੇ ਗੱਲ ਕੀਤੀ ਕਿ ਅਸੀਂ ਹਾਰ ਜਰਨੀ ਸਿਖਾਈ ਨਹੀਂ, ਔਖੇ ਸਮੇਂ ਕਿਸ ਤਰੀਕੇ ਜੂਝਣਾ ਉਹ ਅਸੀਂ ਸਿਖਾਇਆ ਨਹੀਂ। ਇਹ ਜਿਹੜੇ ਸੌਖੇ ਸਮੇਂ ਕ੍ਰੀਏਟ ਕਰ ਰਹੇ ਆ ਨਾ, ਇਹੀ ਕਮਜ਼ੋਰੀ ਦਾ ਕਾਰਨ ਬਣਦੇ ਜਾਂਦੇ ਨੇ। ਤੇ ਫਿਰ ਇੱਕ ਬਹੁਤ ਅਹਿਮ ਨੁਕਤਾ ਇਸ ਵੀਰ ਨੇ ਚੁੱਕਿਆ, ਜੋ ਅਸੀਂ ਇੰਟਰਨੈਸ਼ਨਲ ਸੈਮੀਨਾਰ 'ਚ ਮੈਂ ਸ਼ਾਮਲ ਸੀ, ਜਿੱਥੇ ਮੈਨੂੰ ਵੀ ਉਦੋਂ ਸਮਝ ਆਈ ਕਿ ਕਿਉਂ ਇਹ ਵਿਕਸਿਤ ਮੁਲਕਾਂ ਨੂੰ ਇਹ ਪ੍ਰਮੋਟ ਕਿਉਂ ਕਰ ਰਹੇ ਨੇ ਕਿ ਬੱਚੇ 12ਵੀਂ ਕਰਨ ਤੇ ਭੱਜੀ ਤੁਰੀ ਆਣ, ਕਿਉਂਕਿ ਉਹਨਾਂ ਨੂੰ ਮਜ਼ਦੂਰਾਂ ਦੀ ਲੋੜ ਹੈ। ਮੈਂ ਤਾਂ ਵਿਕਸਿਤ ਛੱਡੋ ਜੀ, ਅਨਵਿਕਸਿਤ ਯੂਰਪ ਦੇ ਜਿਹਦਾ ਜੀ ਕਰਦਾ ਟਿਕਟ ਲੈ ਕੇ ਚੜ੍ਹ ਜਾਓ,
ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਉਹਨਾਂ ਦੇਸ਼ਾਂ 'ਚ ਕਰਨਗੇ ਕੀ ਜਾ ਕੇ। ਕਿਉਂਕਿ ਵੀਰਾ ਜਿਵੇਂ ਹੁਣ ਦੁਬਈ 'ਚ ਹਿਸਾਬ ਲਾਓ, 80% ਲੋਕ ਉੱਥੇ ਸਿਰਫ ਮਜ਼ਦੂਰੀ ਕਰ ਰਹੇ ਨੇ, ਭਾਰਤ ਤੇ ਪਾਕਿਸਤਾਨ ਦੇ। ਜੇ ਉਹ 80% ਨਿਕਲ ਜਾਣ ਤੇ ਢਹਿ ਢੇਰੀ ਹੋ ਜਾਏਗਾ ਮੁਲਕ। ਇਨ ਬਿਨ ਇਹੋ ਕੁਝ ਬਿਲਕੁਲ ਤੁਸੀਂ ਕਿਸੇ ਵੀ ਇਹ ਵਿਕਸਿਤ ਮੁਲਕਾਂ ਵਿੱਚ ਚਲੇ ਜਾਓ, ਉਹਨਾਂ ਨੂੰ ਮਜ਼ਦੂਰਾਂ ਦੀ ਲੋੜ ਹੈ। ਜੇ ਉਹਨਾਂ ਨੂੰ ਦਿਸੇਗਾ ਅਫਸਰ ਬਣ ਕੇ ਇੱਥੇ ਆਉਣਗੇ ਤਾਂ ਉਹਨਾਂ ਦੀਆਂ ਪੋਸਟਾਂ ਹਥਿਆਉਣਗੇ। ਉਹਨਾਂ ਨੂੰ ਡਰ ਹੈ ਕਿ ਕੱਲ ਨੂੰ ਇਹੀ ਜਦੋਂ ਪੜ੍ਹ ਲਿਖ ਜਾਣਗੇ, ਇਹਨਾਂ ਚੋਂ ਹੀ ਚੋਟੀ ਦੇ ਸਾਇੰਸਦਾਨ, ਇਹਨਾਂ ਚੋਂ ਚੋਟੀ ਦੇ ਡਾਕਟਰ, ਇਹਨਾਂ ਚੋਂ ਚੋਟੀ ਦੇ ਬਿਜ਼ਨਸਮੈਨ, ਤਾਂ ਭਾਈ ਸਾਡਾ ਮੁਲਕ ਇਹਨਾਂ ਦਾ ਗੁਲਾਮ ਨਾ ਬਣ ਜਾਵੇ, ਕਿਤੇ ਇਹ ਸਾਡੇ ਉੱਤੇ ਰਾਜ ਨਾ ਕਰਨ ਲੱਗ ਜਾਣ। ਇਹ ਵਿਕਸਿਤ ਮੁਲਕਾਂ ਦੀ ਚਾਲ ਹੈ ਭਾਈ, ਤੁਸੀਂ 12ਵੀਂ ਤੋਂ ਅੱਗੇ ਨਾ ਪੜ੍ਹੋ, ਆਓ, ਸਾਨੂੰ ਮਜ਼ਦੂਰਾਂ ਦੀ ਲੋੜ ਹੈ। ਤੇ ਸਾਡੇ ਬੱਚੇ ਉੱਥੇ ਜਿਸ ਤਰੀਕੇ ਜਾ ਕੇ ਇਹ ਔਖੇ ਹੋ ਰਹੇ ਨੇ, ਜੇ ਇੰਨੀ ਕੁ ਅਕਲ ਸਾਨੂੰ ਆ ਜਾਵੇ ਕਿ ਉਦੋਂ ਇੱਥੇ ਆ ਕੇ ਉਹ ਰਾਜ ਕਰਦੇ ਰਹੇ ਸਨ, ਸਾਨੂੰ ਗੁਲਾਮ ਬਣਾਇਆ, ਅੱਜ ਹੋਰ ਢੰਗ ਲੱਭ ਕੇ ਸਾਨੂੰ ਗੁਲਾਮ ਬਣਾ ਰਹੇ ਨੇ। ਤੇ ਜੇ ਸਾਡੇ ਮਾਪਿਆਂ ਨੂੰ ਪਿੰਡਾਂ ਵਿੱਚ ਸਮਝ ਆ ਜਾਵੇ ਕਿ ਪੜ੍ਹ ਲਿਖ ਕੇ ਬੱਚੇ ਜਾਣ, ਅਫਸਰ ਬਣ ਕੇ ਜਾਣ, ਉਹਦੇ ਵਿੱਚ ਫਾਇਦਾ ਜੇ। ਇੰਨੇ ਭਾਰੇ ਲੋਨ ਦੀ ਲੋੜ ਨਹੀਂ, ਖੇਤਾਂ ਨੂੰ ਵੇਚਣ ਦੀ ਲੋੜ ਨਹੀਂ ਵੀ ਅਸੀਂ ਇਹਨਾਂ ਬੱਚਿਆਂ ਨੂੰ ਸਿੱਖਿਆ ਦੇਣੀ ਜੇ। ਪਰ ਉਹ ਸਿੱਖਿਆ ਦੇ ਵਿੱਚ ਜੋ ਤਬਦੀਲੀ ਦੀ ਲੋੜ ਹੈ, ਕਿਉਂਕਿ ਮਾਂ ਜਾਂ ਪਿਓ ਨੇ ਜਿਸ ਤਰ੍ਹਾਂ ਦਾ ਘੜ ਕੇ ਅੱਗੇ ਭੇਜਿਆ, ਸਕੂਲ ਵਾਲਿਆਂ ਨੇ ਪਕਿਆਈ ਕਰ ਦਿੱਤੀ ਕਿ ਹਾਂਜੀ ਬਿਲਕੁਲ ਤੁਸੀਂ ਸਿਰਫ ਨੰਬਰਾਂ ਤੇ ਆਧਾਰਿਤ ਹੋ, ਤੁਹਾਡਾ ਤਾਂ ਵਜੂਦ ਹੀ ਹੈ ਨਹੀਂ ਜਦ ਤੱਕ ਤੁਹਾਡੇ ਕੋਲ ਕੋਈ ਰੁਤਬਾ ਨਾ ਹੋਏ, ਤੁਹਾਡੇ ਕੋਲ ਪੈਸੇ ਨਾ ਹੋਣ। ਅਸੀਂ ਇਨਸਾਨ ਦੀ ਗਿਣਤੀ ਕੀ ਕਰ ਰਹੇ ਹਾਂ? ਆਪਣੇ ਮੁਲਕ ਵਿੱਚ ਅਸੀਂ ਕਿਰਤ ਕਰਦਾ ਅਸੀਂ ਬੱਚਾ ਉਹਨੂੰ ਹਮੇਸ਼ਾ ਨੀਵਾਂ ਹੀ ਵਿਖਾਣਾ। ਇਹ ਤਾਂ ਸਾਡੇ ਪਹਿਲੇ, ਮੈਂ ਤਾਂ ਹੈਰਾਨ ਹਾਂ ਇਸ ਗੱਲ ਦੀ। ਵੀਡੀਓਜ਼ ਦੇਖੋ, ਅਸੀਂ ਉੱਥੇ ਬੜੇ ਖੁਸ਼ ਹੁੰਦੇ, ਦੇਖ ਗੋਰਿਆਂ ਦੀ ਕੁੜੀ ਟਰੈਕਟਰ ਚਲਾਉਂਦੀ, ਦੇਖ ਕੁੜੀਆਂ ਕਿਹੜੀਆਂ ਆਏ, ਅਸੀਂ ਖੁਸ਼ ਹੁੰਦੇ। ਤੇ ਜੇ ਸਾਡੀ ਕਹਿੰਦੇ ਅਸੀਂ ਵਿਚਾਰੀ ਬਣਾ ਕੇ ਧਰ ਦਿੰਦੇ ਇਹਨੂੰ, ਉਹਨੂੰ ਅਬਲਾ ਬਣਾਉਣੇ ਆ ਵੀ ਇਹ ਪਤਾ ਨਹੀਂ ਕਿੰਨੇ ਦੁੱਖਾਂ ਦੀ ਮਾਰੀ ਖੇਤੀ ਕਰੀ ਜਾਂਦੀ ਹੈ, ਕਿਹੜੇ ਦੁੱਖਾਂ ਦੀ ਮਾਰੀ ਕਿਉਂ ਆ ਰਿਕਸ਼ਾ ਚਲਾਈ ਜਾਂਦੀ ਹੈ, ਕਿਉਂ ਬੱਸ ਚਲਾ ਰਹੀ ਹੈ। ਉਹ ਤਾਂ ਇਹ ਆ ਵੀ ਸਾਡੀ ਮਾਨਸਿਕ ਇਹ ਹੋ ਗਈ ਵੀ ਇਹਨੂੰ ਘਰੇ ਬਿਠਾ ਦਿਓ, ਬਾਹਰ ਨਾ ਨਿਕਲੇ। ਬਿਲਕੁਲ। ਹੁਣ ਵੇਖੋ ਨਾ, ਤੁਸੀਂ ਭਾਜੀ ਆਪ ਹੀ ਮੈਨੂੰ ਜਵਾਬ ਦਿਓ ਕਿ ਦੱਸੋ ਅੱਜ ਇੱਕ ਮੇਨ ਮੀਡੀਆ 'ਚ ਕਿਹੜੀ ਖਬਰ ਜ਼ਿਆਦਾ ਸੁਰਖੀਆਂ 'ਚ ਰਹੇਗੀ? ਜੇ ਕਹੀਏ ਇੱਕ ਕਿਸੇ ਹੀਰੋ ਦੇ ਮੋਢੇ ਦੀ ਪਲਾਸਟਿਕ ਸਰਜਰੀ ਹੋਈ ਤੇ ਦੂਜੇ ਪਾਸੇ ਇੱਕ ਸ਼ਹੀਦ ਹੋ ਕੇ ਵਾਪਸ ਪਹੁੰਚਿਆ ਸਰਹੱਦ ਤੋਂ, ਖਬਰ ਕਿਸ ਦੀ ਜ਼ਿਆਦਾ ਚੱਲਣ ਵਾਲੀ? ਮੋਢੇ ਦੀ ਸਰਜਰੀ ਚੱਲੂਗੀ ਜੀ। ਬਿਲਕੁਲ। ਤੇ ਉਸ ਤੋਂ ਬਾਅਦ ਇੱਕ ਬੱਚਾ ਜੋ ਫਰਜ਼ ਕਰੋ ਇੱਕ ਘਰ ਵਿੱਚ ਬੈਠਾ 3ਜੀ ਜਮਾਤ ਦਾ, ਜਿਸ ਨੂੰ ਟੀਵੀ ਦੇ ਅੱਗੇ ਬਿਠਾ ਦਿੱਤਾ ਗਿਆ ਜਾਂ ਹੱਥ ਵਿੱਚ ਮੋਬਾਈਲ ਫੜਾ ਦਿੱਤਾ ਗਿਆ, ਉਹਦੇ ਲਈ ਕਿਹੜਾ ਬੰਦਾ ਇੰਪੋਰਟੈਂਟ ਹੋਏਗਾ? ਕਿ ਭਾਈ ਮੁਲਕ ਤੇ ਸ਼ਹੀਦ ਹੋਣ ਵਾਲੇ ਦਾ ਕੋਈ, ਇਹ ਤਾਂ ਐਵੇਂ ਹੀ ਗੱਲ ਹੈ, ਇਹਦੇ 'ਚ ਕੋਈ ਲੋੜ ਨਹੀਂ। ਪਰ ਜੇ ਮੈਂ ਉਸ ਰੁਤਬੇ ਤੇ ਪਹੁੰਚਾਂਗਾ ਤਾਂ ਮੇਰੇ ਮੋਢੇ ਦੀ ਗੱਲ ਵੀ ਇਹ ਹਫਤਾ ਭਰ ਕਰੀ ਜਾਣਗੇ। ਬਿਲਕੁਲ ਬਿਲਕੁਲ। ਬੱਚੇ ਨੂੰ ਅਸੀਂ ਕੀ ਐਗਜ਼ਾਮਪਲ ਸੈੱਟ ਕਰ ਰਹੇ ਹਾਂ? ਇਹੋ ਕੁਛ ਅਸੀਂ ਸਕੂਲਾਂ ਵਿੱਚ ਕਿ 15 ਅਗਸਤ ਨੂੰ ਜੀ ਤੁਸੀਂ ਝੰਡੇ ਫਹਿਰਾ ਦਿੱਤੇ, ਬਹੁਤ ਵਧੀਆ। ਅਗਲੇ ਦਿਨ ਭਾਜੀ ਸੜਕਾਂ ਤੇ ਜਿਸ ਤਰੀਕੇ ਪੈਰਾਂ ਥੱਲੇ ਰੁਲਦੇ ਨੇ, ਤਾਂ ਇੱਕ ਵੀ ਬੱਚਾ ਅਜਿਹਾ ਨਹੀਂ ਲੱਭਦਾ ਜਿਹੜਾ ਇਹਨਾਂ ਨੂੰ ਚੁੱਕਦਾ ਵੀ ਹੋਵੇ, ਕਿਉਂਕਿ ਮਨ ਦੇ ਅੰਦਰ ਉਸ ਪ੍ਰਤੀ ਕੋਈ ਹਮਦਰਦੀ, ਕੋਈ ਉਸ ਪ੍ਰਤੀ ਪੀੜ, ਕੋਈ ਦਰਦ ਅਸੀਂ ਤਾਂ ਉਹ ਨੇੜੇ ਤੇੜੇ ਆਉਣ ਹੀ ਨਹੀਂ ਦਿੱਤੀ। ਅਸੀਂ ਵਿਖਾਵੇ ਦੇ ਵਿੱਚ ਸੀਮਤ ਹੋ ਚੁੱਕੇ ਹਾਂ। ਜਿੰਨੀ ਵੀ ਪੜ੍ਹਾਈ ਸਾਡੀ ਹੁੰਦੀ ਜੇ ਸਿਰਫ ਤੇ ਸਿਰਫ ਵਿਖਾਵੇ ਤੱਕ ਸੀਮਤ ਹੋ ਗਈ, ਜਿਸ ਦੀ ਡੂੰਘਾਈ ਨਹੀਂ ਹੈ। ਅੱਜ ਇੱਕ ਬੱਚਾ, ਮੈਂ ਤਾਂ ਬੜੀ ਵਾਰ ਗੱਲ ਕੀਤੀ ਹੈ ਕਿ ਜੇ ਕਿਤੇ ਸਚਿਨ ਤੰਦੁਲਕਰ ਦੇ ਮਾਪੇ ਅੜ ਜਾਂਦੇ, ਭਾਈ ਤੂੰ ਟਿਊਸ਼ਨਾਂ ਪੜ੍ਹ, ਬਣਨਾ ਤੂੰ ਡਾਕਟਰ ਹੀ ਹੈ, ਤੁਸੀਂ ਸਮਝ ਸਕਦੇ ਹੋ ਅਸੀਂ ਕੀ ਗਵਾ ਲੈਣਾ ਸੀ। ਹੁਣ ਇਸੇ ਤਰ੍ਹਾਂ ਸਾਡੇ ਬਹੁਤ ਬੱਚੇ ਨੇ ਜਿਨ੍ਹਾਂ ਦੇ ਹੁਨਰ ਕਮਾਲ ਦੇ ਨੇ। ਸਾਡੇ ਤਾਂ ਇਹੋ ਜਿਹੇ ਕਈ ਵਾਰ ਹੁਣ ਸਰਕਾਰੀ ਸਕੂਲਾਂ 'ਚ ਜਦੋਂ ਮੈਂ ਜਾਂਦੀ ਹਾਂ ਲੈਕਚਰ ਦੇਣ, ਭਾਈ ਕਿਸੇ ਦੀ ਤਾਂ ਭਾਸ਼ਣ ਕਲਾ, ਕਿਸੇ ਬੱਚੀ ਦੀ, ਕਿਸੇ ਬੱਚੀ ਦਾ ਨੱਚਣ ਦਾ ਢੰਗ, ਕਿਸੇ ਬੇਟੀ ਦਾ ਜਿਸ ਤਰੀਕੇ ਉਹਨੇ ਕੋਈ ਕਵਿਤਾ ਲਿਖਣੀ, ਇੰਨੀ ਖੂਬਸੂਰਤ ਉਹਨਾਂ ਦੀ ਕਲਾਕਾਰੀ ਹੁੰਦੀ ਹੈ ਕਿ ਮੂੰਹ ਖੁੱਲੇ ਦਾ ਖੁੱਲਾ ਰਹਿ ਜਾਂਦਾ ਸੁਣ ਕੇ ਵੀ ਇੱਥੇ ਇਹ ਕੁਛ ਲੁਕਿਆ ਪਿਆ। ਤੇ ਅਖੀਰ ਗੱਲ ਕੀ ਹੁੰਦੀ ਜੇ ਕਿ ਟੀਚਰ ਕਹਿੰਦੀ ਜੇ ਹਾਂਜੀ ਇਹਨੇ ਕਰ ਲਿਆ, ਹੁਣ ਇਹਨੂੰ ਕਿਹਾ ਸ਼ਾਮ ਨੂੰ ਟਿਊਸ਼ਨ ਲਾ, ਭਾਈ ਤੇਰੇ ਨੰਬਰ 91% ਨਹੀਂ ਆਏ। ਯਾਨੀ ਅਸੀਂ ਉਹਦਾ ਹੁਨਰ ਸੁਣ ਕੇ ਸਮਝ ਕੇ ਵੀ ਨਹੀਂ ਅਸੀਂ ਉਸ ਪਾਸੇ ਨੂੰ ਉਹਨੂੰ ਪ੍ਰਮੋਟ ਕਰ ਸਕ ਰਹੇ, ਤਾਂ ਫਿਰ ਤਾਂ ਸਾਡੇ ਤੇ ਲਾਹਨਤ ਹੈ। ਕਿਉਂਕਿ ਟੀਚਰ ਨੂੰ ਇਹ ਸੁਣਿਆ ਗਿਆ ਜਿੰਨੇ ਤੇਰੇ ਫੀਸਦ 91 ਤੋਂ ਘੱਟ ਆ ਗਏ ਤੈਨੂੰ ਕੱਢ ਦਿੱਤਾ ਜਾਏਗਾ, ਜੇ ਤੇਰੀ ਪਰਸੈਂਟੇਜ ਪੇ ਦੀ ਉਹਦੇ ਹਿਸਾਬ ਨਾਲ ਹੋਣੀ ਹੈ, ਉਹਨੂੰ ਕੀ ਲੈਣਾ ਦੇਣਾ ਇਸ ਹੁਨਰ ਦੇ ਨਾਲ। ਸੋ ਵੀਰੇ ਬਹੁਤ ਚੀਜ਼ਾਂ ਨੇ ਜਿਹੜੀਆਂ ਸਾਨੂੰ ਸਮਝਣੀਆਂ ਪੈਣੀਆਂ ਕਿ ਅਸੀਂ ਇੱਕ
ਇੱਕ ਬੱਚਾ, ਹੁਣ ਮਿਸਾਲ ਵਜੋਂ ਉਹਨੂੰ ਕਹਿ ਦਿੱਤਾ ਅਮੀਰ ਹੋ ਜਾ, ਮੈਂ ਇੱਕ ਬਹੁਤ ਅਹਿਮ ਨੁਕਤਾ ਦੱਸਣਾ ਚਾਹੁੰਦੀ ਹਾਂ। ਉਹ ਬੱਚਾ ਅਮੀਰ ਬਣ ਗਿਆ, ਉਹਨੂੰ ਜਿਸ ਤਰ੍ਹਾਂ ਦੀ ਅਸੀਂ ਪੜ੍ਹਾਈ ਸਮਝਾਈ ਹੋਈ ਏ, ਫਿਰ ਉਹਨੂੰ ਇੰਨਾ ਹੀ ਪਤਾ ਵੀ ਮੇਰੇ ਕੋਲ ਪੈਸੇ ਬੇਅੰਤ ਨੇ ਜਿਨ੍ਹਾਂ ਨਾਲ ਮੈਂ ਪੈਟਰੋਲ ਭਾਵੇਂ ਹਜ਼ਾਰਾਂ ਦਾ ਲੁਟਾ ਦੇਵਾਂ ਮੈਨੂੰ ਕੋਈ ਫਰਕ ਨਹੀਂ ਪੈਂਦਾ, ਮੈਂ ਬਿਜਲੀ ਭਾਵੇਂ ਕਿੰਨੀ ਹੀ ਫੂਕ ਲਵਾਂ ਮੈਨੂੰ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਮੇਰੇ ਕੋਲ ਪੈਸੇ ਹਨ। ਕਿ ਕਿਸੇ ਇੱਕ ਵੀ ਜਣੇ ਨੇ ਉਸ ਬੱਚੇ ਨੂੰ ਸਮਝਾਇਆ ਕਿ ਪੁੱਤਰਾ ਇਹ ਪੈਟਰੋਲ ਅਸੀਂ ਬਣਾ ਨਹੀਂ ਸਕਦੇ। ਬਿਲਕੁਲ। ਇਹ ਸਾਰੀ ਚੀਜ਼ ਜਦੋਂ ਪੈਟਰੋਲ ਤੋਂ ਇਹ ਬਣੇਗਾ, ਜਾਂ ਜਿੰਨਾ ਪਾਣੀ ਤੇਰੀ ਕਾਰ ਨੂੰ ਧੋਣ ਤੇ ਲੱਗਿਆ, ਇਹ ਪਾਣੀ ਭਰਾਵਾ ਸੀਮਤ ਏ। ਤੇ ਜੇ ਇਹ ਅਸੀਂ ਇੱਕ ਪਾਸੇ ਇੱਕ ਬੱਚਾ 30 ਰੁਪਏ ਦੀ ਬੋਤਲ ਖਰੀਦ ਰਿਹਾ ਪੂਰੇ ਦਿਨ ਦਾ ਕੰਮ ਉਹਨੂੰ ਨਿਬੇੜਨ ਲਈ, ਤੇ ਉਹਨੇ ਚ ਜਿੰਨਾ ਤੂੰ ਪਾਣੀ ਰੋੜ ਰਿਹਾ, ਇਹ ਭਾਈ ਜਦੋਂ ਤੂੰ ਇਸੇ ਹੀ ਚੀਜ਼ ਨਾਲ ਤੇਰੇ ਅੱਗੋਂ ਬੱਚੇ ਜ਼ਿੰਦਾ ਨਹੀਂ ਰਹਿ ਸਕਣ ਲੱਗੇ ਕਿਉਂਕਿ ਤੂੰ ਵੇਸਟੇਜ ਕੀਤੀ, ਇਹ ਪਾਣੀ ਸੀਮਤ ਹੈ। ਜਾਂ ਇੰਨੇ ਅਸੀਂ ਦੁਨੀਆ ਦੇ ਦਰਖਤ ਖਤਮ ਕਰਾਂਗੇ, ਇੰਨਾ ਮੁਕਾ ਕੇ ਫੇਰ ਅਸੀਂ ਆਹ ਕਾਗਜ਼ ਜਿਹੜੇ ਤੁਸੀਂ ਮਰੋੜ ਕੇ ਸੁੱਟ ਦਿੱਤੇ ਨੇ, ਜੋ ਬੱਚੇ ਨੂੰ ਸਮਝ ਹੋਏਗੀ ਉਹ ਆਪੇ ਹੀ ਆਪਣੇ ਪਿਓ ਨੂੰ ਕਹੇਗਾ ਇਹ ਫालतू ਨਾ ਕਰੋ ਚੀਜ਼ਾਂ, ਕਿਉਂਕਿ ਇਹ ਸਾਡੀਆਂ ਬਣਾਈਆਂ ਨਹੀਂ, ਇਹ ਕੁਦਰਤੀ ਚੀਜ਼ ਹੈ ਜੋ ਅਸੀਂ ਖਤਮ ਕਰ ਰਹੇ ਹਾਂ। ਇਹ ਅਸੀਂ ਬਿਲਕੁਲ ਨਹੀਂ ਦੇ ਸਕੇ। ਇਹੀ ਕਾਰਨ ਜੇ ਅਸੀਂ ਅੱਜ ਵੇਸਟੇਜ ਵੱਲ ਹਾਂ, ਆਪਣਾ ਪੈਸਾ ਕਿਸ ਤਰੀਕੇ ਅਸੀਂ ਦਿਖਾਉਣਾ, ਅਸੀਂ ਉਸ ਥਾਂ ਤੱਕ ਬੱਚਿਆਂ ਨੂੰ ਸੀਮਤ ਕਰ ਦਿੱਤਾ। ਪਰ ਕੋਈ ਮੁਲਕ ਕਿਵੇਂ ਬਚਾਉਣਾ, ਕੋਈ ਰਿਸੋਰਸਿਸ ਕੁਦਰਤੀ ਕਿਵੇਂ ਬਚਾਉਣੀ ਹੈ, ਉਹ ਚੀਜ਼ ਦੀ ਸਮਝ ਅਸੀਂ ਦੇ ਨਹੀਂ ਸਕਦੇ। ਜੀ ਕਾਲ ਸੀਗੀ ਜੀ, ਕਾਲ ਟੁੱਟ ਗਈ, ਮਾਫੀ ਚਾਹੁੰਦਾ। ਤੇ ਪ੍ਰੋਗਰਾਮ ਦੇ ਵਾਕਿਆ ਤੁਹਾਡੀ ਗੱਲ ਸਹੀ ਹੈ, ਪਰ ਇਹਦੇ ਵਿੱਚ ਸਾਨੂੰ ਆਪਣੇ ਬੱਚਿਆਂ ਦਾ ਜਿਹੜਾ ਸੋਚ ਅੱਗੇ ਕਰਨ ਦੇ ਲਈ ਬਾਹਰ ਜਾਂਦੇ ਨੇ, ਬਾਹਰ ਜਾਂਦਿਆਂ ਨੂੰ ਕਹੋ ਭਾਈ ਉੱਥੇ ਕੰਮ ਨਹੀਂ। ਪਰ ਮੈਂ ਤਾਂ ਹੈਰਾਨ ਹਾਂ, ਇੱਥੇ ਜੇ ਕਿਸੇ ਨੂੰ ਕਹਦੇ ਭਾਈ ਕੱਖ ਕੰਮ ਸਿੱਖ ਕੇ ਜਾ ਵੜਾ, ਉਹ ਤਾਂ ਮੂੰਹ ਐਂ ਕਰਦਾ ਜਿਵੇਂ ਉਹਦੇ ਉੱਤੇ ਮੂੰਹ ਦੇ ਉੱਤੇ ਕੁਛ ਸਿੱਟਤਾ ਹੁੰਦਾ। ਬਿਲਕੁਲ ਇਹੀ ਕਾਰਨ ਹੈ ਨਾ, ਕਿਉਂਕਿ ਅਸੀਂ ਸਿਖਾਇਆ ਹੀ ਇਹ ਹੈ ਕਿ ਬੱਚੇ ਤੇਰੀ ਪਛਾਣ ਤੇਰੇ ਪੈਸੇ ਜਾਂ ਰੁਤਬੇ ਨਾਲ ਹੋਣੀ ਜੀ। ਆ ਬਸ ਉਹੀ ਚੀਜ਼ ਹੈ ਨਾ, ਪੈਸਿਆਂ ਦੀ ਇੰਨੀ ਕੁ ਭੁੱਖ ਪੈਦਾ ਕਰ ਦਿੱਤੀ ਹੈ। ਮੈਨੂੰ ਤਾਂ ਸਮਝ ਤੋਂ ਬਾਹਰ ਵੀ ਪੰਜਾਬ ਦੇ ਵਿੱਚ ਪੈਸੇ ਦੀ ਇੰਨੀ ਭੁੱਖ ਪੈਦਾ ਕਿਵੇਂ ਹੋਊਗੀ। ਤਾਂ ਜੀ ਨੁਕਸਾਨ ਉਹਦਾ ਜੋ ਸਾਡੇ ਸਾਹਮਣੇ ਹੈ ਕਿ ਯੂਪੀ ਤੇ ਬਿਹਾਰ ਤੋਂ ਆ ਕੇ ਸਾਡੇ ਇੱਥੇ ਜੋ ਮਿਹਨਤ ਕਰ ਰਹੇ ਨੇ, ਨਾ ਸਿਰਫ ਉਹ IAS IPS ਬਣੇ ਪਏ ਨੇ, ਜੱਜ ਬਣੇ ਨੇ, ਵਕੀਲ ਬਣੇ ਪਏ ਨੇ, ਬਲਕਿ ਗਲੀ ਮੁਹੱਲਿਆਂ ਦੇ ਅੰਦਰ ਸਬਜ਼ੀਆਂ ਵੇਚਣ ਤੋਂ ਲੈ ਕੇ ਜੁੱਤੀਆਂ ਗੰਢਣ ਤੋਂ ਲੈ ਕੇ ਕਲੀਆਂ ਕਰਨੀਆਂ, ਤੁਸੀਂ ਘਰ ਦਾ ਵਾਸ਼ਰੂਮ ਕੋਈ ਠੀਕ ਕਰਾਉਣਾ ਜਾਂ ਸਾਡੀ ਗਤੀ ਠੀਕ ਕਰਾਉਣਾ, 100% ਉਹ ਸਾਰੇ ਥਾਂ ਤੇ ਕਾਬਜ਼ ਹੋਈ ਜਾ ਰਹੇ ਨੇ ਤੇ ਸਾਡੇ ਇੱਥੋਂ ਬਾਹਰ ਜਾ ਰਹੇ ਨੇ। ਪਰ ਇੱਕ ਅਹਿਮ ਗੱਲ ਇਹ ਕਿ ਬਿਹਾਰ ਜਾਂ ਯੂਪੀ ਤੋਂ ਆ ਕੇ ਸਾਡੇ ਵੀਰ ਭੈਣ ਜੋ ਇੱਥੇ ਬੈਠੇ ਨੇ, ਉਹ ਬਿਹਾਰ ਜਾਂ ਯੂਪੀ ਖਾਲੀ ਨਹੀਂ ਹੋਇਆ, ਉੱਥੇ ਪ੍ਰਫੁੱਲਿਤ ਜੇ। ਪੰਜਾਬ ਵਿੱਚੋਂ ਜਦੋਂ ਲੋਕ ਬਾਹਰ ਜਾਂਦੇ ਨੇ, ਪੰਜਾਬ ਖਾਲੀ ਹੋ ਰਿਹਾ ਜੇ। ਇਹ ਪਤਾ ਗੱਲ ਕੀ ਹੈ, ਅਸੀਂ ਪੰਜਾਬ ਨੂੰ ਵਿਸਾਰਤਾ, ਅਸੀਂ ਬਸ ਛੱਡਤਾ ਸਾਰਾ ਕੁਝ, ਬਸ ਵੀ ਮੁੜ ਕੇ ਨਹੀਂ। ਬਿਲਕੁਲ। ਪਰ ਉਹ ਹਮੇਸ਼ਾ 6-6 ਮਹੀਨਿਆਂ ਲਈ ਵਾਪਸ ਜਾਣਗੇ ਕਿ ਅਸੀਂ ਵਾਪਸ ਜਾਣਾ, ਸਾਡੇ ਖੇਤ ਨੇ, ਅਸੀਂ ਬਚਾਉਣਾ। 5 ਜਾਂ 6 ਬੱਚੇ ਕਰ ਰਹੇ ਨੇ ਕਿ ਸਾਡੇ ਪਿੱਛੋਂ ਸਾਡਾ ਪਿਛੋਕੜ ਠੀਕ ਰਹਿ ਸਕੇ। ਅਸੀਂ ਉਸ ਪਾਸਿਓਂ ਬਿਲਕੁਲ ਖਿਆਲ ਨਹੀਂ ਕਰ ਰਹੇ ਕਿ ਸਾਡੇ ਬੱਚੇ ਬਾਹਰ ਜਾਣ, ਜ਼ਰੂਰ ਜਾਣ, ਕਿਉਂ ਨਾ ਜਾਣ। ਪਰ ਗੱਲ ਇਹ ਹੈ ਕਿ ਪੰਜਾਬ ਖਤਮ ਹੁੰਦਾ ਜਾਂਦਾ ਜੇ ਸਾਨੂੰ ਦਿਸ ਨਹੀਂ ਰਿਹਾ। ਸੋ ਬਹੁਤ ਬਹੁਤ ਸ਼ੁਕਰੀਆ ਭੈਣ ਜੀ ਤੁਹਾਡਾ, ਮਿਹਰਬਾਨੀ ਸਮਾਂ ਦੇਣ ਦੇ ਲਈ, ਧੰਨਵਾਦ ਤੁਹਾਡਾ। ਸੋ ਪ੍ਰੋਗਰਾਮ ਸ਼ਮਾਦਾਨ ਨੂੰ ਇੱਥੇ ਹੀ ਸਮਾਪਤ ਕਰਨ ਦੀ ਤੁਹਾਡੇ ਤੋਂ ਆਗਿਆ ਚਾਹੁੰਦੇ ਹਾਂ ਜੀ। ਸੋ ਜੇਕਰ ਤੁਹਾਨੂੰ ਇਹ ਪ੍ਰੋਗਰਾਮ ਅੱਛਾ ਲੱਗਿਆ ਤਾਂ ਸਾਨੂੰ ਜ਼ਰੂਰ ਵਿਚਾਰ ਦੇਣਾ। ਸੋ ਬਹੁਤ ਬਹੁਤ ਮਿਹਰਬਾਨੀ।